नेक्स्ट टॉपिक हैगा अपने को व्हीटस्टोन ब्रिज। कल गल इन्नी की सी कि भी व्हीटस्टोन ब्रिज बेसिकली यूज किस पर्पस ਲਈ ਕਰਦੇ कहना जी इट इज एन अरेंजमेंट ऑफ 5 resistor or capacitor to determine the value of any unknown resistance। ठीक है, यानी आप रेजिस्टेंस की गल करांगे कि जिस कॉम्बीनेशन के अकॉर्डिंगली आप कुछ रेजिस्टेंस का एक सैटअप लेने आ ਉਹਦੇ ਨਾਲ ਤੁਸੀਂ ਕਿਸੇ ਇੱਕ ਅਨਨੋਨ ਰੈਜ਼ਿਸਟੈਂਸ ਦੀ ਵੈਲਿਊ ਕੈਲਕੂਲੇਟ ਕਰ ਸਕਦੇ ਹੋ ਬੇਟਾ। ठीक है, ਤੇ ਉਹਦੇ ਐਕਸਪੈਰੀਮੈਂਟਲ ਉਹਦੇ ਸੈਟਅਪ ਦੇ ਅੰਦਰ ਆਪਣੇ ਕੋਲ ਕੀ ਸੀਗਾ ਕੁਝ ਆਪਾਂ ਡਿਫਾਈਨ ਕੀਤਾ ਸੀਗਾ ਕਿ ਵੀ ਆਪਣੇ ਕੋਲ ਐਸ ਸੱਚ 5 ਰੈਜ਼ਿਸਟਰ ਨੇ, ਆਪਣੇ ਕੋਲ 5 ਰੈਜ਼ਿਸਟਰ ਨੇ और रेजिस्टेंस ਨੂੰ ਆਪਾਂ ਨਾਮ ਦੇਤਾ ਸੀਗਾ ਆਪਣੇ ਕੋਲ रेजिस्टेंस ਹੈਗੀ ਆ P Q, थर्ड आ गई अपने को R और फोर्थ रेजिस्टेंस ਆਪਾਂ ਕੰਸੀਡਰ ਕੀਤੀ ਸੀ ਆਪਣੇ ਕੋਲ ਹੈਗੀ S। ठीक है, ਇਹਨਾਂ ਦੇ ਨਾਲ ਆਪਾਂ ਡਿਫਾਈਨ ਕੀਤਾ ਸੀਗਾ ਕਿ ਵੀ ਐਸ ਸੱਚ ਇੱਥੇ ਮੇਰੇ ਕੋਲ ਇੱਥੇ ਇੱਕ ਕਹਿੰਦਾ ਜੀ ਗਲਵੈਨੋਮੀਟਰ ਅਟੈਚ ਕੀਤਾ, ਇੱਥੇ ਇੱਕ ਗਲਵੈਨੋਮੀਟਰ ਅਟੈਚ ਕਰਦਾ ਪਿਆ और इस पूरे अरेंजमेंट ਨੂੰ ਤੁਸੀਂ ਇੱਕ बैटरी ना यानी एक बैटरी ਨਾਲ ਅਟੈਚ ਕਰ ਦੋ ਵਿਦ 1 ਵੇ की ਇਹਨੂੰ ਕੀ K1 कहना ਪਿਆ, ਇੱਥੇ ਇੱਕ ਕੀ ਲਗਾਈ ਇਹਨੂੰ K2 ਕਹਿ ਦਿਓ। ठीक है, अरेंजमेंट ਨੂੰ ਆਪਾਂ ਨਾਮ ਦੇ ਦਿੰਦੇ A B C D। ठीक है जी, ਹੁਣ ਇਹਦੇ ਅੰਦਰ ਆਪਾਂ ਡਿਫਾਈਨ ਕੀਤਾ ਕਿ ਵੀ ਆਪਣੇ ਕੋਲ 5 ਰੈਜ਼ਿਸਟਰ ਨੇ ਜਿਨ੍ਹਾਂ ਵਿੱਚੋਂ P ਤੇ Q ਦੋ ਮੇਰੀਆਂ ਜਿਹੜੀਆਂ ਫਿਕਸਡ ਵੈਲਿਊ ਰੈਜ਼ਿਸਟੈਂਸ ਆ, ਇਹਨਾਂ ਨੂੰ ਅਸੀਂ ਫਿਕਸਡ ਆਰਮ ਕਹਿ ਦਿੰਦੇ ਹਾਂ, ਰੇਸ਼ੋ ਆਰਮ ਵੀ ਨਾਮ ਦੇ ਦਿੰਦੇ ਆ। ਆ ਦੋਨੋਂ ਦੀਆਂ ਦੋਨੋਂ ਰੈਜ਼ਿਸਟੈਂਸ ਨੋਨ ਵੈਲਿਊਜ਼ ਦੀਆਂ ਨੇ कि ये 2 ओम आ ये 4 ओम आ, ਇਹਨਾਂ ਦੀ ਫਿਕਸਡ ਰੈਜ਼ਿਸਟੈਂਸ ਆ ਜਿਹਦੀ ਵੈਲਿਊ ਸਾਨੂੰ ਨੋਨ ਹੋਏਗੀ। S ਮੇਰੀ ਅਨਨੋਨ ਰੈਜ਼ਿਸਟੈਂਸ ਆ। ठीक है, यानी इस रेजिस्टेंस की वैल्यू इस ऑपरेटर्स के नाल मैं मेजर करना चाह रहा और R ਅਸੀਂ डिफाइन करते हैं कि एक वेरिएबल रेजिस्टर, यानी ਇਹਦੇ ਉੱਤੇ ਇੱਕ ਐਰੋ ਸਾਈਨ ਦੇ ਰਿਹਾ which mean कि resistance of this wire या resistance of this material will going on changing। ठीक है, और इस पूरे सेटअप नु ठीक है ਅਸੀਂ ਐਸਾ ਇੱਕ ਸੈੱਲ और एक की ਨਾਲ ਅਟੈਚ ਕੀਤਾ बेटा। दूजा ਇੱਥੇ ਅਸੀਂ ਇੱਕ की लगाई ਆ, ਇਹਨੂੰ ਅਸੀਂ ਨਾਮ ਦਿੰਨੇ ਟੈਪਿੰਗ की, ਟੈਪ ਕਰਨਾ ਪ੍ਰੈਸ ਕਰਨਾ, मतलब मैं ਇਹਨੂੰ ਇਹਦੇ ਤੇ ਪ੍ਰੈਸ ਕਰਤਾ ठीक है, ਜਿੰਨਾ ਅਟੈਚ ਹੋ ਗਈ ਕਰੰਟ ਦਾ ਪਾਥ ਬਣ ਜਾਏਗਾ, ਚੁੱਕ ਲਿਆ ਕਰੰਟ ਦਾ ਪਾਥ ਬ੍ਰੇਕ ਹੋ ਜਾਏਗਾ। ठीक है, यानी ਇਹ ਮੇਰੀ ਟੈਪਿੰਗ की ਆ ਜਿਹਨੂੰ ਔਨ ਆਫ ਅਸੀਂ ਕਰ ਸਕਦੇ और ਇਹਦੇ ਨਾਲ ਅਸੀਂ ਇੱਕ ਗਲਵੈਨੋਮੀਟਰ ਅਟੈਚ ਕੀਤਾ। एम मीटर ते वोल्ट मीटर इन्हां दोनों के नाल नाल जिहड़ा थर्ड मीटर असी सर्किट च यूज करते हैं वो मेरा गलवैनोमीटर है बेटा। एम मीटर ते वोल्ट मीटर नालों इहदा बेसिक डिफरेंस ये हुंदा कि ये ड्यूल डिफ्लैक्शन दिंदा, डबल डिफ्लैक्शन दिंदा। एम मीटर दिखाइए ते एम मीटर दे अंदर असी कहंदे जो इत्थे मेरे कोल 0 पॉइंट आ गया, आ वाला 0 पॉइंट आ, इत्थे आपां लिख दिंदे मान लो 5 एम्पीयर। ਇਹਦਾ मतलब है कि भी ਇਹਦੀ स्केल सिर्फ सिंगल साइडेड डिफ्लेक्शन देगी। ठीक है, लेफ्ट टू राइट जाएगी, पर जेड़ा मेरा एसएच गलवेनोमीटर होएगा है ना, ਇਹਦਾ 0 पॉइंट सेंटर ਤੇ ਆਂਦਾ ਵਿੱਚ। ठीक है, और ये दोनों साइड ਤੇ डिफ्लेक्शन ਦਿੰਦਾ, यानी ਇਹ दोनों साइड डिफ्लेक्शन ਦਿੰਦਾ ਵਾ ਗਲवेनोमीटर ਜਿਹੜਾ, ਤੇ स्मॉल इलेक्ट्रिक करंट ਨੂੰ ਮੇਜਰ ਕਰਨ ਲਈ ਅਸੀਂ ਯੂਜ਼ ਕਰਦੇ ਹਾਂ। क्या ਇੰਨੀ ਗੱਲ ਕਲੀਅਰ ਆ? यस सर। Yes, sir. Yes, sir. ਹੁਣ ਇਥੋਂ ਜੇ ਗੱਲ ਕਰੀਏ ਉਹ ਕਹਿੰਦਾ ਜੀ ਐਸਐਚ ਇਸ ਸਰਕਟ ਦੀ ਇਹ ਪ੍ਰਾਪਰਟੀ ਆ ਕਿ ਵੀ ਜਦੋਂ ਅਸੀਂ ਐਸਐਚ ਇਸ ਦੇ ਅੰਦਰ ਕੀ ਕਰਾਂਗੇ, ਕਹਿੰਦਾ ਜੀ ਆਹ ਕੀ ਨੂੰ ਪ੍ਰੈਸ ਕਰਾਂ, ਇਸ ਕੀ ਨੂੰ ਪ੍ਰੈਸ ਕਰਾਂ, ਉਸ ਤੋਂ ਪਹਿਲਾਂ ਆਹ ਕੀ ਪ੍ਰੈਸ ਕਰਨਾ, ਯਾਨੀ ਸਰਕਟ ਜਦੋਂ ਔਨ ਕਰਾਂਗਾ ਉਹ ਸਭ ਤੋਂ ਪਹਿਲਾਂ ਕੀ K1 ਪ੍ਰੈਸ ਕਰਾਂਗਾ। K1 ਪ੍ਰੈਸ ਕਰਨ ਦੇ ਨਾਲ ਸਰਕਟ 'ਚ I ਐਂਪੀਅਰ ਕਰੰਟ ਫਲੋ ਕਰਨਾ ਸ਼ੁਰੂ ਹੋ ਜਾਏਗਾ। ठीक है, ਤੇ ਇਧਰੋਂ I ਐਂਪੀਅਰ ਕਰੰਟ ਫਲੋ ਕਰਕੇ ਜਦੋਂ ਇਸ A ਪੁਆਇੰਟ ਤੇ ਆਏਗਾ ਤੇ ਇੱਥੇ ਕਰੰਟ ਨੂੰ ਦੋ ਪਾਥ ਮਿਲੇਗਾ, ਦੋ ਰੈਜ਼ਿਸਟੈਂਸ ਫੇਸ ਕਰਨੀਆਂ ਪਈਆਂ ਜਿਹੜੀਆਂ ਆਪਸ ਇੱਕ ਦੂਜੇ ਨਾਲ ਪੈਰਲਲ ਚ ਜੁੜੀਆਂ, ਕਿਉਂਕਿ A ਪੁਆਇੰਟ ਤੇ ਆ ਕੇ ਕਿਰਚੌਫ ਫਰਸਟ ਲਾਅ ਲੱਗ ਗਿਆ ਕਿ ਵੀ ਇਸ ਜੰਕਸ਼ਨ ਤੇ I ਕਰੰਟ ਆਇਆ
ਤੇ ਇਹ ਕਰੰਟ ਦੋ ਪਾर्ट ਚ डिवाइड हो गया, ऊपर चला गया मान लो I1, ऊपरली आर्म च चला गया I1 ਤੇ ਲੋअर ਆਰਮ ਚ ਜਿਹੜਾ ਕਰੰਟ ਆ ਉਹਦੀ ਵੈਲਿਊ ਮੇਰੇ ਕੋਲ ਆ ਗਈ I minus I1। क्या ये दो वेरिएबल क्लियर है? यस सर। ठीक है, यस सर। I1 इस आर्म च चला गया ਤੇ ਜਿੰਨਾ ਬਾਕੀ ਦਾ ਬਚਿਆ I ਦੇ ਵਿੱਚੋਂ I minus I1 ਉਹ R ਚ ਜਾਂਦਾ ਪਿਆ। ਇਸ ਪੁਆਇੰਟ ਤੇ ਜਦੋਂ C ਪੁਆਇੰਟ ਤੇ ਅਸੀਂ ਪਹੁੰਚਾਂਗੇ ਹਨਾ ਤੇ ਅਸੀਂ ਕਹਿੰਦੇ ਕਿ ਵੀ ਆ ਟੈਪਿੰਗ ਕੀ ਨੂੰ ਅਸੀਂ ਪ੍ਰੈਸ ਕਰਕੇ ਸਰਕਟ ਕੰਪਲੀਟ ਕੀਤਾ ਹੋਇਆ, यानी आर्म मेरी ਜਿਹੜੀ ਆ ਇਹ ਪੂਰੀ ਕਨੈਕਟਡ ਹੋ ਗਈ। ਉਹਨੇ ਕੀ ਕਰਨਾ ਜਦੋਂ ਆ ਕੀ ਪ੍ਰੈਸ ਕਰਾਂਗਾ ਤੇ ਕੁਝ ਕਰੰਟ ਇਸ ਗੈਲਵੈਨੋਮੀਟਰ ਤੇ ਕੁਝ ਕਰੰਟ ਇੱਧਰ ਚਲਾ ਗਿਆ, यानी ਜਿਹੜਾ I1 ਕਰੰਟ P ਰੈਜ਼ਿਸਟੈਂਸ ਚੋਂ ਪਾਸ ਹੋ ਕੇ C ਤੇ ਪਹੁੰਚਿਆ ਫਰਦਰ ਦੋ ਪਾਰਟ ਚ ਡਿਵਾਈਡ ਹੋ ਗਿਆ। ਜਿਹੜਾ ਕਰੰਟ ਗੈਲਵੈਨੋਮੀਟਰ ਚ ਗਿਆ ਉਹਦਾ ਨਾਮ ਅਸੀਂ IG ਲਿਖ ਦਿੰਨੇ ਤੇ I1 ਦੇ ਵਿੱਚੋਂ IG ਮਾਈਨਸ ਕਰਕੇ ਜਿਹੜਾ ਬਾਕੀ ਬਚਿਆ I1 माइनस IG, ठीक है जी। इतना करंट मेरा इस Q आर्म से चला गया, यानी Q रेजिस्टेंस से चला गया। इस जंक्शन पे इधरों करंट फ्लो करके I1 माइनस IG आ गया, ठीक है। इधर नु थल्ले नु करंट IG ਜਾਂਦਾ ਪਿਆ और इधरों करंट I माइनस I1 आ ਰਿਹਾ ਤੇ ਇਸ ਜੰਕਸ਼ਨ ਦੇ ਉੱਤੇ ਦੋ ਕਰੰਟ ਪਹੁੰਚਦੇ ਪਏ ਆ IG ਤੇ I माइनस I1। जिन्ना करंट इस जंक्शन पे पहुंचेगा उतना ही करंट इस जंक्शन नु लीव भी करेगा, यानी इस आर्म दे अंदर करंट जेड़ा हैगा वो I minus I1 plus IG फ्लो करेगा। क्या इतनी गल समझ लगी? यस सर। हाँ जी सर। यस सर। इधरों खुद I minus I1 plus IG वो B तक जा रहा, ऊपर I1 minus IG आ रहा ते इस करंट इकट्ठा होके, ठीक है, इस जंक्शन से करंट इकट्ठा होके वापस I एम्पीयर बाहर निकलना चाहिए ते ओदे वास्ते इथे I1 प्लस दा वा इथे I1 माइनस दा कटिया जाना, इधर IG माइनस आ IG प्लस आ कैंसिल हो जाना। ਇਹਦਾ मतलब ਜਦੋਂ इस पॉइंट तो करंट जेड़ा वा पास होके इस B पॉइंट पे आएगा ते इथों करंट I एम्पीयर जेड़ा वो बैटरी दे नेगेटिव ਨੂੰ वापस मोड़। क्या करंट दी डिस्ट्रीब्यूशन सारियां आर्म च क्लियर है? यस सर। यस सर। यस सर। डी पॉइंट तो समझाओ एक बारी। डी पॉइंट ਦੇ ਵਿੱਚ ਕਰੰਟ ਦੋ ਪਾਸੋਂ ਆ ਰਿਹਾ ਨਾ, यानी दो ਪਾਈਪਾਂ ਚੋਂ ਪਾਣੀ ਜਿਹੜਾ ਵਾ ਉਹ ਡੀ ਤੇ ਪਹੁੰਚਦਾ ਪਿਆ। ਇੱਕ ਆ ਰਿਹਾ ਸੀਡੀ ਪਾਈਪ ਚੋਂ ਪਾਣੀ ਇੱਧਰ ਨੂੰ, ਇੱਕ ਆ ਰਿਹਾ ਜਿਹੜਾ ਏਡੀ ਵਾਲੀ ਪਾਈਪ ਚੋਂ ਪਾਣੀ ਇੱਥੇ ਨੂੰ। ਇੱਥੇ ਆ ਕੇ ਜਿੰਨਾ ਪਾਣੀ ਇਕੱਠਾ ਹੋਇਆ ਹਨਾ ਉਹ ਸਾਰਾ ਪਾਣੀ ਐਸਐਚ ਇਸ ਆਰਮ ਚ ਚੜੂਗਾ। ਇਹਦਾ ਮਤਲਬ ਅਸੀਂ ਲਿਖਿਆ IG ਕਰੰਟ ਦਾ ਫਲੋ ਇਧਰੋਂ ਆਇਆ ਤੇ ਇਧਰੋਂ I I1 ਆਇਆ। ਸੋ ਇੱਥੇ ਜਿਹੜਾ ਟੋਟਲ ਕਰੰਟ ਇਕੱਠਾ ਹੋਇਆ ਉਹ ਕਿੰਨਾ ਹੋ ਗਿਆ I I1 IG ਤੇ ਇਹਦਾ ਮਤਲਬ ਇਸ ਪੁਆਇੰਟ ਤੇ ਅਸੀਂ ਕਿਹਾ ਸੀਗਾ ਕਰੰਟ ਰੁਕਦਾ ਨਹੀਂ, ਯਾਨੀ ਕੋਈ ਚਾਰਜ ਦੀ ਅਕਮੂਲੇਸ਼ਨ ਨਹੀਂ ਹੁੰਦੀ, ਇਕੱਠਾ ਨਹੀਂ ਹੁੰਦਾ, ਜਿੰਨਾ ਆ ਰਿਹਾ ਉਹਨਾਂ ਨਿਕਲ ਵੀ ਰਿਹਾ। ਇਹਦਾ ਮਤਲਬ ਜੇ ਇੱਥੇ I I1 IG ਇੱਥੇ ਪਹੁੰਚਦਾ ਪਿਆ ਤੇ I I1 IG ਤੋਂ ਲੀਡ ਵੀ ਕਰੂਗਾ। यस सर। तो फिर इधरों करंट जेड़ा इस dB आर्म च गया वो I I1 IG ऊपरों आ रहा I1 IG। यानी B पॉइंट ते जेड़े दो पासों करंट आ रहे हैं एक CD आर्म वाला ते एक DB आर्म वाला इकट्ठे होके करंट दी वैल्यूज ठीक है ये तो बाहर निकल ਉਹਦੇ ਵਿੱਚ I1 प्लस ਦਾ ਇਧਰ I1 ਮਾਈਨਸ ਦਾ ਜਦੋਂ ਇਕੱਠੇ ਕਰਾਂਗਾ ਯਾਨੀ ਪਲੱਸ ਕਰਾਂਗਾ ਇਹ ਕੈਨਸਲ ਹੋ ਜਾਣਾ, IG ਮਾਈਨਸ ਆ IG ਪਲੱਸ ਆ ਉਹ ਕੈਨਸਲ ਹੋ ਜਾਣਾ। ਇਹਦਾ ਮਤਲਬ B ਤੋਂ ਬਾਹਰ ਨਿਕਲਣ ਵਾਲਾ ਕਰੰਟ I ਐਂਪੀਅਰ ਹੈ ਜੋ। यस सर। यस सर। ਜਿੰਨਾ ਕਰੰਟ ਦੇ ਵਿੱਚ ਇਸ A ਜੰਕਸ਼ਨ ਤੋਂ ਐਂਟਰ ਹੋਇਆ ਸੀ ਉਨਾ ਹੀ ਕਰੰਟ B ਜੰਕਸ਼ਨ ਤੋਂ ਬਾਹਰ ਨਿਕਲ ਗਿਆ। ਇਹ ਮਤਲਬ ਬੈਟਰੀ ਦੇ ਪੋਜ਼ਿਟਿਵ ਤੋਂ ਜਿੰਨਾ ਕਰੰਟ ਤੁਰਿਆ ਬੈਟਰੀ ਦੇ 네ਗੇਟਿਵ ਤੇ ਉਨਾ ਹੀ ਕਰੰਟ ਬੈਟਰੀ ਨੂੰ ਇਹਨਾਂ ਦੀ ਵਾਪਸ ਪਹੁੰਚ ਗਿਆ। क्या इतना क्लियर? हाँ जी सर। यस यस सर। यस यस सर। ਸਮਝੋ ਧਿਆਨ ਨਾਲ। ਹੁਣ ਜਦੋਂ ਕੁਝ ਅਸੀਂ ਇਹਦੇ ਅੰਦਰ ਆਪਾਂ ਵੀਟਸਟੋਨ ਬ੍ਰਿਜ ਦਾ ਪ੍ਰਿੰਸੀਪਲ ਪ੍ਰੂਵ ਕਰਨਾ ਜਿਹਦੇ ਅਕੋਰਡਿੰਗਲੀ ਇਹ ਸੀਗਾ ਕਿ ਵੀ ਐਸਐਚ ਆਪਣੇ ਕੋਲ ਕੀ ਹੋਏਗਾ ਕਿ ਜਿਹੜੀ ਕਾਮਨ ਰੈਜ਼ਿਸਟੈਂਸ ਆ ਇੱਥੇ ਕਾਮਨ ਰੈਜ਼ਿਸਟੈਂਸ G ਨੂੰ ਕਹਿ ਰਿਹਾ galvanometer itself will play the role of resistance यानी कि ਇਹਦੀ ਆਪਣੀ ਰੈਜ਼ਿਸਟੈਂਸ ਜਿਹੜੀ ਆ ਉਹਦਾ ਨਾਮ G ਰੱਖਿਆ ਸੀ। ठीक है वो कहता कि भी एसएच की होएगा ਜਦੋਂ डिफरेंट आर्म ਚ करंट फ्लो करेगा ਤੇ ਇੱਕ ਪਾਰਟਿਕੂਲਰ ਸਟੇਜ ਆਂਦੀ ਆ ਕਿਹੜੀ ਸਟੇਜ
कि भी तुसी ਇਹਦੇ ਵਿੱਚੋਂ P ਤੇ Q ਨੂੰ ਚੇਂਜ ਨਹੀਂ ਕਰ ਸਕਦੇ। S ਤੁਹਾਡੀ ਅਨਨੋਨ ਰੈਜ਼ਿਸਟੈਂਸ ਆ, R ਮੇਰੀ ਵੇਰੀਏਬਲ ਰੈਜ਼ਿਸਟਰ ਆ, ਮੈਂ R ਤੋਂ ਰੈਜ਼ਿਸਟੈਂਸ ਨੂੰ ਚੇਂਜ ਕਰਦਾ ਜਾਵਾਂਗਾ। ਇੱਕ ਡਿਵਾਈਸ ਆ ਜਿਹਨੂੰ ਨਾਮ ਦਿੰਦੇ ਆ ਰਿਓਸਟੈਟ। ਰਿਓਸਟੈਟ ਦੇ ਉੱਪਰ ਤੁਹਾਡੇ ਕੋਲ ਕੀ ਹੋਏਗਾ, ਇੱਕ ਨੌਬ ਲੱਗੀ ਹੁੰਦੀ ਆ ਪੈਨ ਟਾਈਪ ਇੱਕ ਸਿਲੈਂਡਰੀਕਲ ਕੁਆਇਲ ਹੋਏਗੀ ਜਿਹਦੇ ਤੇ ਵਾਇਰ ਰੈਪ ਕੀਤੀ ਹੋਈ, ਔਰ ਉਹਦੇ ਉੱਤੇ ਇੱਕ ਨੌਬ ਲੱਗੀ ਆ ਜਿਹਨੂੰ ਮੂਵ ਕਰਾਂਗੇ। ਜਦੋਂ ਮੈਂ ਨੌਬ ਨੂੰ ਇਹਦੇ ਉੱਪਰ ਮੂਵ ਕਰਾਵਾਂਗਾ ਉਹਦੇ ਨਾਲ ਇਹਦੀਆਂ ਕਿੰਨੇ ਟਰਨਸ ਆ, ਸਾਰੀ ਕੁਆਇਲ ਮੰਨ ਲਓ 1000 ਟਰਨ ਆ, ਤੁਹਾਡੀ ਨੌਬ ਇਸ ਵੇਲੇ ਜਿਹੜੇ ਪੁਆਇੰਟ ਤੇ ਆ ਉੱਥੇ ਤੱਕ 300 ਟਰਨ ਰੋਲ ਪਲੇ ਕਰਦੇ ਪਏ, ਇਹ ਮਤਲਬ 300 ਟਰਨ ਦੀ ਰੈਜ਼ਿਸਟੈਂਸ ਸਰਕਟ ਚ। ਜੇ ਮੈਂ ਇੱਥੇ ਤੱਕ ਆਣਾ ਮੰਨ ਲਓ 400 ਟਰਨ ਦੀ ਰੈਜ਼ਿਸਟੈਂਸ ਹੋਗੀ, ਇਹ ਮੈਂ ਨੌਬ ਦੇ ਮੂਵ ਕਰਨ ਨਾਲ, ਠੀਕ ਹੈ ਜੀ, ਐਸ ਸੱਚ ਇਥੋਂ ਰੈਜ਼ਿਸਟੈਂਸ ਚੇਂਜ ਹੁੰਦੀ ਹੈ। ਔਰ ਜਦੋਂ ਰੈਜ਼ਿਸਟੈਂਸ ਚੇਂਜ ਹੋਏਗੀ ਕੀ ਹੋਏਗਾ ਉਸ ਵੇਲੇ, ਕਹਿੰਦਾ ਪੁੱਤ R ਦੀ ਵੈਲਿਊ ਦੇ ਚੇਂਜ ਹੋਣ ਕਰਕੇ ਗੱਲ ਸਮਝਣ ਵਾਲੀ ਹੋਗੀ ਜੋ ਬੋਲਣ ਲੱਗਿਆ। ਜੇ ਮੈਂ VAD ਲਿਖਾਂ, यानी पोटेंशियल डिफरेंस बिटवीन A एंड D, ठीक है, चीज़ां समझियो थोड़े समझण वालियां बेटा, ठीक है। जे मैं ऐसा कह रहा कि करंट A तो D वाल जा रहा है, अपन ये प्रॉपर्टी पता, करंट हमेशा हाई पोटेंशियल तो घूम के लो पोटेंशियल वाला आना। इवन जे करंट A तो D वाल जा रहा है ते A टर्मिनल हाई पोटेंशियल ते आ, D टर्मिनल लो ते आ। इदां जदों करंट A तो C जा रहा, A हाई ते आ तो C लो ते आ। ਜਦੋਂ C ਤੋਂ D ਵੱਲ ਜਿਹੜਾ ਜਾ ਰਿਹਾ ਉਹਦੇ ਲਈ C ਹਾਈ ਤੇ ਆ ਤੇ D ਲੋ ਤੇ ਆ। ਕੀ ਗੱਲ ਸਮਝ ਲੱਗਦੀ ਪਈ? Yes, sir. Yes, sir. Yes, sir. Yes, sir. D ਦਾ ਫਾਰਮੂਲਾ ਲਿਖਾਂ ਓਮਸ ਲਾਅ ਦੇ ਅਕੋਰਡਿੰਗਲੀ, ਹੈ ਨਾ, ਤੇ ਓਮ ਲਾਅ ਦੇ ਅਕੋਰਡਿੰਗ ਹੁੰਦਾ I I1 R। ਮੰਨ ਲਓ ਇਥੋਂ ਇਸ ਵੇਲੇ ਜਿਹੜੀ ਰੈਜ਼ਿਸਟੈਂਸ ਸੈਟ ਆ ਉਹਦੀ ਵੈਲਿਊ R ਆ, 2 ਓਮ ਆ, 3 ਓਮ ਆ, ਤੇ I I1 ਕਰੰਟ ਆ। ਹੁਣ ਇੰਨਾ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਉਹ A ਤੇ D ਚ ਬਣਿਆ। ਹੁਣ ਜਿੱਦਾਂ ਜਿੱਦਾਂ ਮੈਂ ਇਥੋਂ R ਦੀ ਵੈਲਿਊ ਨੂੰ 2 ਤੋਂ 3 ਕਰਾਂਗਾ ਤੇ ਆ R ਦੇ ਬਦਲਣ ਕਰਕੇ ਆ VAD ਦੀ ਵੈਲਿਊ ਚੇਂਜ ਹੁੰਦੀ ਜਾਊ। Yes, sir. Yes, sir. Yes, sir. ਇਹਦਾ ਮਤਲਬ ਇਹ ਹੋਇਆ A ਤੇ D ਟਰਮੀਨਲ ਚ ਪੋਟੈਂਸ਼ੀਅਲ ਬਦਲਦਾ ਪਿਆ, ਤੇ ਜੇ A ਤੇ D ਟਰਮੀਨਲ ਚ ਪੋਟੈਂਸ਼ੀਅਲ ਬਦਲਦਾ ਪਿਆ, ਹੁਣ ਇਹਦੇ ਵਿੱਚੋਂ A ਟਰਮੀਨਲ ਦਾ ਪੋਟੈਂਸ਼ੀਅਲ ਜਿਹੜਾ ਹੈ ਨਾ ਉਹਦਾ ਬੈਟਰੀ ਦੇ ਪੋਜ਼ਿਟਿਵ ਵਾਲਾ ਹੀ ਆ। ਇਹਦਾ ਮਤਲਬ ਜਿੰਨਾ ਪੋਟੈਂਸ਼ੀਅਲ ਆ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਦਾ ਇੱਥੇ ਹੋਏਗਾ ਉਨਾ ਹੀ ਪੋਟੈਂਸ਼ੀਅਲ A ਤੇ ਵੀ ਆ, ਯਾਨੀ A ਦਾ ਪੋਟੈਂਸ਼ੀਅਲ ਨਹੀਂ ਬਦਲ ਰਿਹਾ। VAD ਨੂੰ ਜੇ ਮੈਂ VA VB ਪੜਾ है ना, VA हाई पोटेंशियल है, D लो पोटेंशियल ਤੇ ਆ। ਇਹਦਾ ਮਤਲਬ ਜੇ ਮੈਂ ਇਹ ਕਹਿ ਰਿਹਾ ਕਿ R ਬਦਲਦਾ ਪਿਆ, ਉਹ ਕਹਿੰਦਾ ਬਈ R ਦੇ ਬਦਲਣ ਨਾਲ ਆ ਜੇ ਡਿਫਰੈਂਸ ਬਦਲਦਾ ਪਿਆ, ਇਸ ਡਿਫਰੈਂਸ ਦੇ ਵਿੱਚੋਂ ਇਹਦਾ ਮਤਲਬ ਜਿੱਦਾਂ ਜਿੱਦਾਂ R ਵੱਧਦਾ ਜਾਏਗਾ R ਦੇ ਬਦਲਣ ਨਾਲ D ਦੇ ਵਾਲਾ D ਪੁਆਇੰਟ ਦਾ ਪੋਟੈਂਸ਼ੀਅਲ ਵਧੀ ਜਾਣਾ। ਹੁਣ ਜੇ D ਪੁਆਇੰਟ ਦਾ ਪੋਟੈਂਸ਼ੀਅਲ ਵੱਧਦੇ ਇੰਨਾ ਹੋ ਗਿਆ ਜਿੰਨਾ ਪੋਟੈਂਸ਼ੀਅਲ C ਦਾ, ठीक है, क्योंकि करंट C तो D ਵੱਲ ਉਤਰਦਾ ਪਿਆ, ਇਹ ਮਤਲਬ C ਹਾਈ ਤੇ ਆ ਤੇ D ਲੋ ਤੇ ਆ C ਦੇ ਹਿਸਾਬ ਨਾਲ, ਠੀਕ ਹੈ। ਤੇ ਜੇ D ਦਾ ਪੋਟੈਂਸ਼ੀਅਲ R ਦੇ ਬਦਲਣ ਨਾਲ D ਦਾ ਪੋਟੈਂਸ਼ੀਅਲ ਬਦਲਦਾ ਗਿਆ, ਇੱਕ ਸਟੇਜ ਆ ਜਾਏਗੀ ਜਦੋਂ D ਟਰਮੀਨਲ ਦਾ ਪੋਟੈਂਸ਼ੀਅਲ ਸੇਮ ਹੋਣਾ ਹੋ ਜਾਣਾ ਜਿੰਨਾ C ਟਰਮੀਨਲ ਦਾ। ਤੇ ਜੇ C ਔਰ D ਮੇਰੇ ਦੋਨੋਂ ਸੇਮ ਪੋਟੈਂਸ਼ੀਅਲ ਤੇ ਆ ਗਏ ਤੇ ਇਹਦਾ ਮਤਲਬ ਹੋ ਗਿਆ ਕਰੰਟ ਇਸ ਆਰਮ ਚ ਫਲੋ ਕਰਨਾ ਬੰਦ ਕਰ ਦੇਗਾ, क्योंकि करंट उस आर्म च फ्लो करेगा, करंट उस रेजिस्टेंस च फ्लो करेगा जिदे दो टर्मिनल दे विच पोटेंशियल दा डिफरेंस होवेगा। ते जे मैं ये कहां कि भी मैं नोट की कीता R ਨੂੰ मैं चेंज करी गया और चेंज करते करते एक सिचुएशन में देखी ਜਦੋਂ ਗੈਲਵੇਨੋਮੀਟਰ ਦੀ ਡਿਫਲੈਕਸ਼ਨ 0 ਹੋ ਗਈ, ਮਤਲਬ ਆ ਗੈਲਵੇਨੋਮੀਟਰ, ठीक है, ਜਿਹਦਾ ਪੁਆਇੰਟਰ ਵੇਖੋ ਜਿਹੜਾ ਐਸ ਜਿੱਥੇ 5 ਐਂਪੀਅਰ ਇਹਦੀ ਇਧਰ 5 ਐਂਪੀਅਰ ਦਿਖਾ ਰਿਹਾ। मान लो R ਦੀ ਕੁਝ ਵੈਲਿਊ ਸੀਗੀ ਔਰ ਉਦੋਂ ਇਹਦਾ ਪੁਆਇੰਟਰ ਇੱਥੇ ਕਿਤੇ 3 ਤੇ ਸੀਗਾ, ਇਥੋਂ R ਦੀ ਵੈਲਿਊ ਚੇਂਜ ਹੋਈ, ਠੀਕ ਹੈ ਜੀ। ਮੈਂ ਨੋਟ ਕੀਤਾ ਕਿ ਕਰੰਟ ਦੀ ਵੈਲਿਊ 2 ਐਂਪੀਅਰ ਹੈ, ਫਿਰ ਮੈਂ R ਦੀ ਵੈਲਿਊ ਕੁਝ ਹੋਰ ਚੇਂਜ ਕੀਤੀ ਤੇ ਮੈਂ ਨੋਟ ਕੀਤਾ, ਮੇਰੇ ਨੋਟਿਸ 'ਚ ਆਇਆ ਕਿ ਗੈਲਵੇਨੋਮੀਟਰ ਦਾ ਜਿਹੜਾ ਪੁਆਇੰਟਰ ਆ ਹਨਾ ਇਹ ਸ਼ਿਫਟ ਹੁੰਦਾ ਉਹਦਾ ਐਗਜ਼ੈਕਟ 0 ਤੇ ਆਇਆ, ਠੀਕ ਹੈ। ਜਿੱਦਾਂ ਹੀ ਮੈਂ R ਦੀ ਉਹ ਵੈਲਿਊ ਆਈ, ਜਦੋਂ ਗੈਲਵੇਨੋਮੀਟਰ ਨੇ ਡਿਫਲੈਕਸ਼ਨ 0 ਦਿੱਤੀ, मैं वो R ਦੀ ਵੈਲਿਊ ਨੋਟ ਕਰ ਲਾਂਗਾ ਕਿ ਵੀ ਉਹ 4 ਓਮ ਆ ਕਿ 5 ਓਮ ਆ ਕਿ 6 ਓਮ ਆ। R ਦੀ ਉਹ ਵੈਲਿਊ ਸੀ ਨੋਟ ਕਰ ਲੈਣੀ ਆ ਜਦੋਂ ਗੈਲਵੇਨੋਮੀਟਰ ਦੀ ਡਿਫਲੈਕਸ਼ਨ 0 ਹੋਈ। ਇਹਦਾ ਮਤਲਬ ਇਹ ਹੋਇਆ ਗੈਲਵੇਨੋਮੀਟਰ ਦੀ ਡਿਫਲੈਕਸ਼ਨ 0 ਹੁੰਦਾ ਕਿ ਇਸ ਆਰਮ ਦੇ ਵਿੱਚ ਕਰੰਟ ਆਣਾ ਬੰਦ ਹੋ ਗਿਆ
ਤੇ ਇਸ ਆਰਮ ਚ ਕਰੰਟ ਆਣਾ ਬੰਦ ਹੋਣ ਦਾ ਮਤਲਬ ਆ ਕਿ C ਔਰ D ਦੋਨੋਂ ਸੇਮ ਪੋਟੈਂਸ਼ੀਅਲ ਤੇ ਆ ਗਏ, ਜਿਹਦੇ ਕਰਕੇ IG ਦੀ ਵੈਲਿਊ 0 ਹੋ ਗਈ। ਕੀ ਮੈਨੂੰ ਇੰਨੀ ਗੱਲ ਸਮਝ ਆਈ? Yes, sir. Yes, sir. ਤੇ ਜਦੋਂ IG ਮੇਰਾ 0 ਹੋਇਆ, ਹੁਣ ਫੇਰ ਦੁਬਾਰਾ ਗੱਲ ਸ਼ੁਰੂ ਕਰਨ ਲੱਗਿਆ। ਇਥੋਂ I1 ਕਰੰਟ ਜਿਹੜਾ ਚੱਲਿਆ ਸੀ C ਤੇ ਪਹੁੰਚ ਕੇ ਦੋ ਪਾਰਟ ਚ ਡਿਵਾਈਡ ਹੋ ਰਿਹਾ ਸੀ, ਇੱਕ ਇਸ ਆਰਮ ਚ ਜਾ ਰਿਹਾ ਸੀ, ਇੱਕ ਇੱਧਰ ਜਾ ਰਿਹਾ ਸੀ। ਪਰ ਜੇ ਹੁਣ IG 0 ਹੀ ਹੋ ਗਿਆ, ਇਹਨਾਂ ਜਿੰਨਾ ਕਰੰਟ A ਤੋਂ P ਚੋਂ ਨਿਕਲ ਕੇ C ਤੇ ਪਹੁੰਚਣਾ ਵਾ, ਉਹ C ਤੇ ਜਾ ਕੇ ਡਿਵਾਈਡ ਨਹੀਂ ਹੋਣਾ। ਇਹਦਾ ਮਤਲਬ I1 ਦਾ I1 ਕਰੰਟ ਉਹ ਸਾਰੇ ਦਾ ਸਾਰਾ C ਤੋਂ ਬਾਅਦ B ਵੱਲ ਚੱਲ ਪੂ। Yes, sir. Yes, sir. ਇਧਰੋਂ ਜਦੋਂ ਕੋਈ ਕਰੰਟ ਥੱਲੇ ਉਤਰ ਕੇ ਆਇਆ ਹੀ ਨਹੀਂ, ਤੇ ਇਧਰ ਜਿਹੜਾ I ਮਾਈਨਸ I1 ਆ, ਇਹ ਚ ਪਲੱਸ ਹੋਣ ਵਾਸਤੇ IG ਹੈ ਹੀ ਨਹੀਂ। ਇਹ ਮਤਲਬ ਇਧਰੋਂ I ਮਾਈਨਸ I1 ਜਿਹੜਾ ਉਹ ਐਸਐਚ ਜਿਹੜਾ ਫਿਰ B ਵੱਲ ਚਲਾ ਜਾਊ। Yes, sir. ਇਹਦਾ ਮਤਲਬ ਫਿਰ ਇਹ ਹੋਇਆ, ਇਹਦਾ ਮਤਲਬ ਇਹ ਹੋਇਆ ਕਿ ਜਿੰਨਾ ਕਰੰਟ P ਚ ਆ ਉਹੀ ਕਰੰਟ ਉਦੋਂ Q ਚ ਜਾਂਦਾ, ਤੇ ਜਦੋਂ ਫਿਰ P ਵਾਲਾ ਸੇਮ ਕਰੰਟ Q ਚ ਜਾਏਗਾ, ਇਹ ਮਤਲਬ P ਤੇ Q ਆਪਸ ਚ ਸੀਰੀਜ਼ ਚ ਜੁੜ ਜਾਣਗੀਆਂ। Yes. ਹਾਂਜੀ ਸਰ। ਇਧਰੋਂ ਜਿਹੜਾ ਕਰੰਟ R ਚ ਜਾਂਦਾ ਪਿਆ, ਠੀਕ ਹੈ, ਜਦੋਂ ਉੱਪਰੋਂ ਕੋਈ ਕਰੰਟ ਐਡ ਨਹੀਂ ਹੋਇਆ, ਇਹ ਮਤਲਬ ਜਿੰਨਾ R ਚ ਕਰੰਟ ਆ ਕੋਈ ਕਰੰਟ S ਵਿੱਚ ਦੀ ਨਿਕਲਿਆ, ਇਹ ਮਤਲਬ R ਤੇ S ਸੀਰੀਜ਼ ਹੋ ਜਾਣਗੀਆਂ। Yes, sir. Yes, sir. ਫਿਰ ਜਿਹੜੀ Yes, sir. ਇੱਕ ਬਣੀ, ਜਿਹੜੀ ਇਹਨਾਂ ਦੋਨਾਂ ਦੀ ਇੱਕ ਰੈਜ਼ਿਸਟੈਂਸ ਬਣੀ, ਤੇ ਜਿਹੜੀ ਇਹਨਾਂ ਦੋਨਾਂ ਦੀ ਇੱਕ ਰੈਜ਼ਿਸਟੈਂਸ ਬਣੀ, ਕਿਉਂਕਿ ਇਹਦੇ ਸ਼ੁਰੂ ਚ ਕਰੰਟ ਡਿਵਾਈਡ ਹੋਇਆ ਸੀ, ਇਹਦਾ ਮਤਲਬ ਇਹਨਾਂ ਦੋਨਾਂ ਦੀ ਇੱਕ ਤੇ ਇਹਨਾਂ ਦੋਨਾਂ ਦੀ ਇੱਕ, ਉਹ ਆਪਸ ਵਿੱਚ ਪੈਰਲਲ ਕੰਸੀਡਰ ਹੋ ਜੂ। Yes, sir. Yes, sir. ਸਰਕਟ ਸਮਝ ਆਇਆ ਜੀ ਸਾਰਾ? Sir, last वाला repeat. ਹਾਂਜੀ ਬੋਲੋ। Sir, last वाला repeat करियो क्या जो तुम। ਲਾਸਟ ਮੈਂ ਇਹ ਕਿਹਾ ਨਾ ਕਿ ਜਦੋਂ ਆ ਆਰਮ ਹੀ ਖਤਮ ਹੋ ਗਈ, ਯਾਨੀ ਇੱਕ ਤਰ੍ਹਾਂ CD ਨੂੰ ਜੋੜਨ ਵਾਲਾ ਰਸਤਾ ਮੁੱਕ ਗਿਆ, ਇਸ ਵਾਰ ਜਿਹਨੇ ਇੱਥੋਂ ਦੀ ਨਿਕਲ ਕੇ ਜਾਣਾ ਉਹੀ ਬੰਦਿਆਂ ਨੇ ਮੁੜ ਕੇ ਇਸ C ਤੋਂ B ਵੱਲ ਜਾਣਾ, ਯਾਨੀ A ਤੋਂ ਲੈ ਕੇ C ਤੇ C ਤੋਂ ਲੈ ਕੇ B ਵੱਲ, ਹਨਾ। ਇੱਥੇ ਜਾ ਕੇ ਦੂਜਾ ਰਸਤਾ ਕੋਈ ਨਹੀਂ ਮਿਲਦਾ ਪਿਆ, ਉਹੀ ਕਰੰਟ ਇਸ P ਚੋਂ ਨਿਕਲਿਆ, ਕੋਈ ਕਰੰਟ Q ਚੋਂ, ਯਾਨੀ ਕਿ P ਤੇ Q ਅਸੀਂ ਕਹਿੰਦੇ ਸੀਰੀਜ਼ ਚ। ਇਹਦੇ ਜਿਹੜਾ ਉੱਪਰੋਂ ਕਰੰਟ ਹੁਣ ਕੋਈ ਨਹੀਂ ਆਇਆ, ਮਤਲਬ ਜਿਹੜਾ R ਚੋਂ ਕਰੰਟ ਨਿਕਲਦਾ ਪਿਆ ਕੋਈ S ਚੋਂ ਨਿਕਲਦਾ, ਯਾਨੀ R ਤੇ S ਵੀ ਸੀਰੀਜ਼ ਹੋ ਗਏ, ਤੇ ਜਿਹੜੀ ਇਹਨਾਂ ਦੋਨਾਂ ਦੀ ਇੱਕ ਬਣੀ ਤੇ ਜਿਹੜੀ ਇਹਨਾਂ ਦੋਨਾਂ ਦੀ ਇੱਕ ਰੈਜ਼ਿਸਟੈਂਸ ਬਣੀ, ਉਹ ਆਪਸ ਵਿੱਚ ਪੈਰਲਲ ਚੱਲੂ। Yes, sir. ਕਿਆ ਸਰਕਟ ਸਾਰਿਆਂ ਨੂੰ ਸਮਝ ਲੱਗਿਆ? ਮੈਨੂੰ ਆਵਾਜ਼ ਚਾਹੀਦੀ ਹੈ ਇੱਥੇ। Yes, sir. Yes, sir. Yes, sir. Yes, sir. Yes, sir. ਚਲੋ ਹੁਣ ਜੋ ਪ੍ਰੂਵ ਕਰਨਾ ਉਹ ਕੰਡੀਸ਼ਨ ਇਹ ਹੈ ਕਿ when the galvanometer give the zero deflection at that moment ratio of P and Q and ratio of R and S that should be equal। ਉਹ ਕਹਿੰਦਾ ਜੀ ਜਦੋਂ ਤੁਸੀਂ ਇਹ ਕਹਿੰਦੇ ਪਏ ਕਿ ਤੁਹਾਡਾ ਵੀਟਸਟੋਨ ਬ੍ਰਿਜ ਬੈਲੈਂਸ ਕੰਡੀਸ਼ਨ ਚ ਆ ਗਿਆ, ਬੈਲੈਂਸ ਕੰਡੀਸ਼ਨ ਕਿਹਨੂੰ ਕਹਿੰਦੇ? ਜਦੋਂ ਗੈਲਵੇਨੋਮੀਟਰ ਦੀ ਰਿਫਲੈਕਸ਼ਨ 0 ਹੁੰਦੀ। ਉਹ ਕਹਿੰਦਾ ਜੀ ਜਦੋਂ ਵੀਟਸਟੋਨ ਬ੍ਰਿਜ ਬੈਲੈਂਸ ਕੰਡੀਸ਼ਨ ਚ ਆ ਗਿਆ, ਇਟ ਮੀਨਸ ਐਟ ਦੈਟ ਮੂਮੈਂਟ, ਕਹਿੰਦਾ ਜੀ ਰੇਸ਼ੋ ਆਫ P ਐਂਡ Q R ਐਂਡ S that become to be ਕਹਿੰਦਾ ਜੀ ਇਕੁਅਲ, ਮਤਲਬ ਉਹ ਰੇਸ਼ੋ ਇਕੁਅਲ ਪ੍ਰੂਵ ਕਰਨੀ ਹੈ। ਕਿਆ ਇਹਨਾਂ ਸਰਕਟ ਸਾਰਿਆਂ ਨੂੰ ਕਲੀਅਰ ਆ? Yes, sir. Yes, sir. Yes, sir. ਹੁਣ ਆਪਾਂ ਐਸਾ ਚ ਇਹਦੇ ਅੰਦਰ ਲਾਣਾ ਕਿਰਚਪ ਸੈਕਿੰਡ ਲਾਅ। ਕਿਰਚਪ ਫਰਸਟ ਲਾਅ ਦੇ ਅਕੋਰਡਿੰਗਲੀ ਕਰੰਟ ਦੀ ਡਿਸਟ੍ਰੀਬਿਊਸ਼ਨਾਂ ਦਿਖਾਤੀਆਂ। ਹੁਣ ਕਿਰਚਪ ਸੈਕਿੰਡ ਲਾਅ ਦੇ ਅਕੋਰਡਿੰਗਲੀ ਅਸੀਂ ਆਹ ਕੰਡੀਸ਼ਨ ਪ੍ਰੂਵ ਕਰਨੀ ਆ ਕਿ P/Q = R/S। ਉਹਦੇ ਲਈ ਦੋ ਲੂਪ ਲੈਣ ਲੱਗਿਆ, ਇੱਕ ਲੂਪ ਦਾ ਨਾਮ A C D A, ਠੀਕ ਹੈ ਜੀ। ਪਹਿਲਾ ਲੂਪ ਲੈ ਲਿਆ, ਇਨ ਲੂਪ ACDA, ਠੀਕ ਹੈ ਜੀ। ਇਸ ਲੂਪ ਦੇ ਅੰਦਰ ਜੇ ਮੈਂ ਕਿਰਚਪ ਸੈਕਿੰਡ ਲਾਅ ਲਾਵਾਂ ਜਿਹਦੇ ਅਕੋਰਡਿੰਗਲੀ ਸੀਗਾ ਸਮੇਸ਼ਨ E = ਸਮੇਸ਼ਨ IR, ਇਹ ਮਤਲਬ ਉਸ ਲੂਪ ਦੇ ਅੰਦਰ ਜਿੰਨੀਆਂ ਬੈਟਰੀਆਂ ਆਣਗੀਆਂ ਉਹਨਾਂ ਸਾਰੀ ਬੈਟਰੀ ਦੀ ਟੋਟਲ ਵੋਲਟੇਜ ਤੇ ਜਿੰਨੀਆਂ ਉੱਥੇ ਰੈਜ਼ਿਸਟੈਂਸ ਲੱਗੀਆਂ ਉਹਨਾਂ ਸਾਰਿਆਂ ਚ IR ਦੀ ਟੋਟਲ, ਇਹਨਾਂ ਨੂੰ ਆਪਸ ਵਿੱਚ ਇਕੁਏਟ ਕਰਨਾ। ਜਿਹੜੇ ਲੂਪ ਦਾ ਨਾਮ ਆਪਾਂ ਪੜਿਆ, ਕਿਆ ਇਸ ਲੂਪ ਦੇ ਅੰਦਰ ਕੋਈ ਸੈੱਲ ਬੈਟਰੀ ਲੱਗੀ ਹੋਈ ਆ? ਆਵਾਜ਼ ਆ ਰਹੀ? Yes. मैं ਇਹ ਕਿਹਾ ਬੇਟਾ, ਮੈਂ ਫਿਰ ਰਿਪੀਟ ਕਰ ਰਿਹਾ, ਜਿਹੜਾ ਲੂਪ ਆਪਾਂ ਪੜ੍ਹਦੇ ਪਏ ACDA, ਕਿਆ ਇਸ ਲੂਪ 'ਚ ਕੋਈ ਬੈਟਰੀ ਹੈਗੀ ਆ? No, sir. No, sir.
Yes, sir. ਸਮੇਸ਼ਨ e ਵਾਲੀ ਸਾਈਡ ਜਿਹੜੀ ਹੋਏਗੀ ਉਹ ਆ ਜੂਗੀ 0। ਉਸ ਤੋਂ ਬਾਅਦ ਆਪਾਂ ਬਣਾਣੀ ir ਵਾਲੀ। ਉਹ ਚ ਇਹ ਕਿਹਾ ਸੀਗਾ ਕਿ ਲੂਪ ਨੂੰ ਜਦੋਂ ਪੜਨਾ ਉਦੋਂ ਤੁਸੀਂ ਲੂਪ ਦਾ ਨਾਮ ਕਲੌਕਵਾਈਜ਼ ਐਂਟੀ ਕਲੌਕਵਾਈਜ਼ ਜਿੱਦਾਂ ਮਰਜ਼ੀ ਰੱਖ ਦਿਓ ਤੇ ਉਸ ਲੂਪ ਦੇ ਅੰਦਰ ਜਦੋਂ ਤੁਸੀਂ ਮੂਵ ਕਰਨਾ ਵਾ ਹਨਾ ਉਦੋਂ ਇਹ ਦੇਖੋ ਕਿ ਵੀ ਜਿਹੜੀ ਆਰਮ ਚ ਤੁਸੀਂ ਚੱਲਦੇ ਪਏ ਹੋ ਕਰੰਟ ਦੀ ਡਾਇਰੈਕਸ਼ਨ ਉਸ ਆਰਮ ਚ ਤੁਹਾਡੇ ਵਾਲੇ ਪਾਸੇ ਨੂੰ ਆ ਕਿ ਤੁਹਾਡੇ ਤੋਂ ਆਪੋਜ਼ਿਟ। ਜਿੱਦਾਂ ਆਪਣੇ ਲੂਪ ਦੇ ਨਾਮ ਦੇ ਅਕੋਰਡਿੰਗ ਆਪਾਂ A ਤੋਂ C ਵੱਲ ਜਾਣਾ ਤੇ ਜਦੋਂ A ਤੋਂ C ਵੱਲ ਜਾ ਰਿਹਾ ਕਰੰਟ ਵੀ A ਤੋਂ C ਵੱਲ ਜਾ ਰਿਹਾ। ਇਹਦਾ ਮਤਲਬ I1 into resistance, ਇੱਥੇ resistance ਦਾ ਨਾਮ P ਆ, ਇਹਦਾ ਮਤਲਬ I1 into P ਇਹਦੀ ਵੈਲਿਊ ਪਲੱਸ ਆ ਜਾਊਗੀ। ਕਿਆ ਸਮਝ ਲੱਗੀ ਗੱਲ? Yes. Yes. Yes, sir. ਆਪਾਂ ਚਲੇ C ਤੋਂ D ਵੱਲ, ਇੱਥੇ ਕਰੰਟ ਹੈਗਾ IG ਤੇ resistance ਹੈਗੀ G, ਇਹਦਾ ਮਤਲਬ ਇੱਥੇ ਆ ਗਿਆ ਜੀ ਪਲੱਸ IG into G। ਉਸ ਤੋਂ ਬਾਅਦ ਆਪਾਂ ਚਲੇ D ਤੋਂ A ਵੱਲ, ਠੀਕ ਹੈ, ਕਰੰਟ ਉਤਰਦਾ ਪਿਆ A ਤੋਂ D ਵੱਲ, यानी इस रेजिस्टेंस ਦੇ ਵਿੱਚ ਜਿਹੜੀ ਟਰਮ ਬਣਨੀ ਆ I minus I1 into R, ਇਹ ਟਰਮ ਮੇਰੀ ਮਾਈਨਸ ਆ ਜੂ। ਕਿਆ ਸਮਝ ਲੱਗੀ ਗੱਲ? Yes. Yes, sir. Yes. Sir. ਇਹ ਫਸਟ ਲੂਪ ਦੇ ਅੰਦਰ ਕੰਡੀਸ਼ਨ ਆ ਗਈ। ਇਦਾਂ ਹੀ ਆਪਾਂ ਸੇਮ ਇਸੇ ਪੈਟਰਨ ਦੇ ਸੈਕਿੰਡ ਲੂਪ, ਹੁਣ ਇਹ ਲੂਪ ਜੇ ਆਪਾਂ ਐਂਟੀ ਕਲੌਕਵਾਈਜ਼ ਲਿਖਤਾ ਵਾ A ਤੋਂ C, C ਤੋਂ D, D ਤੋਂ A, ਇਹਦੇ ਦੂਜੇ ਲੂਪ ਦਾ ਨਾਮ ਵੀ ਰੱਖ ਲਓ। ਉਹ ਆ ਜਾਏਗਾ ਜੀ ਇਨ ਲੂਪ C B B C, C ਤੋਂ ਬਾਅਦ B, B ਤੋਂ ਬਾਅਦ D, D ਤੋਂ ਬਾਅਦ C, ਠੀਕ ਹੈ ਜੀ। ਇਸ ਲੂਪ 'ਚ ਵੀ ਕੋਈ ਬੈਟਰੀ ਨਹੀਂ ਆਈ, ਇਸ ਲਈ ਆ ਸਾਈਡ 0 ਆ ਜਾਏਗੀ। ਉਸ ਤੋਂ ਬਾਅਦ ਆਪਾਂ ਚੱਲੇ C ਤੋਂ B, ਕਰੰਟ ਵੀ ਇੱਧਰ ਹੀ ਚੱਲਦਾ ਪਿਆ, ਯਾਨੀ I1 minus IG, I1 minus IG into Q। ਉਸ ਤੋਂ ਬਾਅਦ ਆਪਾਂ ਚੱਲੇ B ਤੋਂ D ਵੱਲ ਨੂੰ, ਕਰੰਟ ਆਪਣੇ ਤੋਂ ਪੁੱਠਾ ਚੱਲਦਾ ਪਿਆ, ठीक है। ਇਹਦਾ ਮਤਲਬ ਆ ਗਿਆ ਟਰਮ माइनस I minus I1 plus IG into S। ਉਸ ਤੋਂ ਬਾਅਦ ਆਪਾਂ ਚੱਲੇ D ਤੋਂ C ਵੱਲ ਨੂੰ, ਕਰੰਟ C ਤੋਂ D ਵੱਲ ਆਉਂਦਾ ਪਿਆ, ਯਾਨੀ ਇੱਥੇ ਵੀ ਟਰਮ ਮੇਰੀ ਮਾਈਨਸ ਆ ਜਾਏਗੀ minus IG into G। क्या सेकंड इक्वेशन क्लियर है सारे ਨੂੰ? ਹਾਂਜੀ sir। Yes, sir. Yes sir। Yes, sir. ਇੱਥੇ ਤੱਕ ਆਪਾਂ ਜਨਰਲ ਕੰਡੀਸ਼ਨ ਦਿੱਤੀ ਉਦੋਂ ਤੱਕ ਜਦੋਂ ਤੱਕ ਅਸੀਂ ਮੰਨਦੇ ਹਾਂ ਕਿ ਇਸ ਆਰਮ ਚ ਕਰੰਟ ਆਂਦਾ ਪਿਆ ਸੀ। ਹੁਣ ਅਗਲੀ ਕੰਡੀਸ਼ਨ ਲਾਣ ਲੱਗੇ, ਠੀਕ ਹੈ, ਜਿਹੜੀ ਕਿ ਤੁਸੀਂ ਵਰਡ ਚ ਲਿਖੋਗੇ the value of R is adjusted in such a way, ठीक है, at a particular value of R we observe galvanometer gives zero deflection। कहना जी when galvanometer gives zero deflection, mathematical पूरा मतलब ये आ जाएगा put IG equal to 0 in equation 1 and equation 2। यानी ਇਹਨਾਂ ਦੋਨਾਂ ਇਕੁਏਸ਼ਨ ਦੇ ਅੰਦਰ ਕਿਰਚੌਫ ਲਾਅ ਜਿੱਥੇ ਲਾਇਆ ਉਹ ਚ IG ਨੂੰ 0 ਕਰ ਦਿਓ। ਜੇ ਮੈਂ IG 0 ਕਰਾਂ ਤੇ देयरफॉर इक्वेशन आ जाएगी 0 equal to I1P minus I minus I1 into R। क्या आज इक्वेशन क्लियर है? Yes, sir. Yes sir। Yes, sir. ਇਹ ਤੋਂ ਬਣ ਗਿਆ ਜੀ ਆਪਣੇ ਕੋਲ I1P equal to I minus I1 into R। ਆ ਮੇਰੀ ਇਕੁਏਸ਼ਨ 3 ਆ ਜਾਏਗੀ। ਸਿਮਿਲਰਲੀ ਇਸ ਇਕੁਏਸ਼ਨ ਚ ਜਿੱਥੇ ਜਿੱਥੇ IG ਲਿਖਿਆ ਉਹ ਟਰਮ ਨੂੰ 0 ਕਰ ਦਿਓ। ਇਹਦਾ ਮਤਲਬ ਆਪਣੇ ਕੋਲ ਆ ਜਾਏਗਾ and 0 equal to I1 into Q, क्योंकि IG 0 हो गया, ये भी इतने आ गया माइनस ऑफ I minus I1 into S, और अगली आइटम पूरी 0 होगी, ठीक है जी, which implies इतना भी तुसी ऐसे बिना बना दो I1 into Q equal to I minus I1 into S। आ मेरी इक्वेशन नंबर 4 आ गई। क्या इक्वेशन 3 और इक्वेशन 4 समझ आ गया? Yes, sir. Yes, sir. Yes sir। Yes, sir. ਜੋ ਅਸੀਂ ਪ੍ਰੂਵ ਕਰਨਾ ਉਹ ਚ ਰੇਸ਼ੋ ਦਿਖਦੀ ਪਈ ਆ ਔਰ ਇਧਰ ਮੈਨੂੰ ਆ ਦਿਖਦਾ ਪਿਆ ਕਿ ਵੀ ਜੇ ਮੈਂ ਇਹਨਾਂ ਦੋਨਾਂ ਇਕੁਏਸ਼ਨਾਂ ਨੂੰ ਡਿਵਾਈਡ ਕਰ ਲਵਾਂ ਤੇ ਆਪਣਾ ਰਿਜ਼ਲਟ ਆ ਜਾਣਾ। ਹੁਣ ਇੱਥੇ ਕੰਡੀਸ਼ਨ ਲਾ ਲਓ ਡਿਵਾਈਡ 3/4 ਤੇ ਜੇ ਡਿਵਾਈਡ ਕਰੋ ਤੇ ਆਪਣੇ ਕੋਲ ਰਿਜ਼ਲਟ ਆ ਜਾਏਗਾ I1P over I1Q equal to I minus I1 into R over I minus I1 into S। ठीक है जी, यदि कटिंग कर लो I1 I1 ते I minus I1 I minus I1 कैंसिल हो जाएगा, क्या अपना रिजल्ट आ जाएगा P by Q equal to R by S।
ਇਹਦੇ ਵਿੱਚ ਅਸੀਂ ਕਿਹਾ ਸੀ p ਤੇ q ਫਿਕਸਡ ਵੈਲਿਊ ਆ, ਸ਼ੁਰੂ ਤੋਂ ਸਾਨੂੰ ਇਹਦੀ ਵੈਲਿਊ ਪਤਾ ਵਾ। r ਚੇਂਜੇਬਲ ਸੀਗੀ, ਉਹਦੀ ਇੱਕ ਵੈਲਿਊ r ਦੀ ਅਸੀਂ ਉਹ ਲੱਭੀ ਜਦੋਂ ਗੈਲਵੇਨੋਮੀਟਰ ਦੀ ਡਿਫਲੈਕਸ਼ਨ 0 ਆਈ, ਯਾਨੀ r ਮੇਰਾ ਨੋਨ ਹੋ ਗਿਆ ਡਿਊਰਿੰਗ ਐਕਸਪੈਰੀਮੈਂਟ। ਤੇ ਇਹਦੀ ਹੈਲਪ ਨਾਲ ਤੁਸੀਂ ਅਨਨੋਨ ਰੈਜ਼ਿਸਟੈਂਸ s ਜਿਹੜੀ ਆ ਉਹ ਕੈਲਕੂਲੇਟ ਕਰ ਸਕਦੇ ਹੋ ਯੂਜ਼ਿੰਗ ਦਾ ਰਿਲੇਸ਼ਨ s equal to r into q by p, यानी इस फॉर्मूले ਨਾਲ ਤੁਹਾਡੀ ਅਨਨੋਨ ਰੈਜ਼ਿਸਟੈਂਸ ਦੀ ਵੈਲਿਊ ਕੈਲਕੂਲੇਟ ਹੋ ਸਕਦੀ। क्या व्हीटस्टोन ब्रिज वाला पूरा टॉपिक क्लियर है? Yes, sir. Yes, sir. Yes, sir. Yes, sir. जी Yes, sir. जी तो बोलो जरूर। ਕਿਸੇ ਨੂੰ ਇਕੁਏਸ਼ਨ ਅਪਲਾਈ ਕਰਨ ਜਾਂ ਮੈਥਮੈਟੀਕਲ ਦੇ ਵਿੱਚ ਜਾਂ ਕਰੰਟ ਡਿਸਟ੍ਰੀਬਿਊਸ਼ਨ ਕਿਸੇ ਚੀਜ਼ ਦਾ ਕੋਈ ਡਾਊਟ ਹੈਗਾ ਤਾਂ ਬੋਲੋ ਬੇਟਾ। ਕਰਾਂ ਕੰਟੀਨਿਊ? Yes, sir. Yes, sir. सर्किट डायग्राम रखांगा अगले टॉपिक ਲਈ ਲੋਡ ਹੋਏਗੀ ਆਪਾਂ ਨੂੰ ਸਮਝਣ ਵਾਸਤੇ। ਨੈਕਸਟ ਟੌਪਿਕ ਉਹਦਾ ਨਾਮ ਹੈਗਾ ਮੀਟਰ ਬ੍ਰਿਜ। ਵੀਟਸਟੋਨ ਬ੍ਰਿਜ ਜਿਹੜਾ ਟੌਪਿਕ ਕਰਕੇ ਹਟੇ ਹੋ, ਇਹਦੀ ਪ੍ਰੈਕਟੀਕਲ ਫਾਰਮ ਅਸੀਂ ਲੈਣੀ ਹੋਵੇ, ਵੀਟਸਟੋਨ ਬ੍ਰਿਜ ਦੀ ਪ੍ਰੈਕਟੀਕਲ ਫਾਰਮ ਲੈਣੀ ਹੋਵੇ, ਜਿਹੜਾ ਤੁਸੀਂ ਲੈਬੋਰੇਟਰੀ ਦੇ ਅੰਦਰ ਵੀਟਸਟੋਨ ਬ੍ਰਿਜ ਦੇਖੋਗੇ ਉਹ ਕੁਝ ਇਦਾਂ ਦਾ ਡਿਜ਼ਾਈਨ ਨਹੀਂ ਤੁਹਾਨੂੰ ਦਿਖੇਗਾ, ਠੀਕ ਹੈ। ਇਹਦੀ ਥਾਂ ਤੇ ਅਸੀਂ ਜਿਹੜਾ ਡਿਵਾਈਸ ਯੂਜ਼ ਕਰਦੇ ਆ ਉਹਨੂੰ ਨਾਮ ਦਿੰਦੇ ਆ ਮੀਟਰ ਬ੍ਰਿਜ। ਉਹਨੂੰ ਨਾਮ ਦਿੰਦੇ ਆ ਮੀਟਰ ਬ੍ਰਿਜ, ਜਾਂ ਉਹਦਾ ਨਾਮ ਅਸੀਂ ਰੱਖਦੇ ਹਾਂ ਦੈਟਸ ਕਾਲਡ ਐਜ਼ ਅ ਸਲਾਈਡ ਵਾਇਰ ਬ੍ਰਿਜ। ਕੋਸ਼ਿਸ਼ ਕਰਿਓ YouTube ਦੇ ਉੱਤੇ ਪਾ ਕੇ ਜਿਹੜੇ ਟੌਪਿਕ ਕਰਾਂਗੇ ਇਹਦੀ ਐਕਸਪੈਰੀਮੈਂਟਲ ਡੈਮੋਨਸਟ੍ਰੇਸ਼ਨ ਉੱਤੇ ਸਾਰੀ ਦਿਖਾਈ ਹੋਏਗੀ, ਉਹ ਇੱਕ ਵਾਰੀ ਜ਼ਰੂਰ ਦੇਖਿਓ ਬੇਟਾ, ਤੁਹਾਨੂੰ ਟੌਪਿਕ ਸਮਝਣਾ ਉਹਦੇ ਸਰਕਟ ਨੂੰ ਦਿਮਾਗ 'ਚ ਬਿਠਾਉਣਾ ਸੌਖਾ ਲੱਗੇਗਾ। ਕਲੀਅਰ ਇੰਨੀ ਗੱਲ? Yes, sir. ਉਹ ਬੋਲ ਪਿਆ ਕਰੋ ਭਰਾ, ਮੈਨੂੰ ਲੱਗਦਾ ਕਿ ਗਿਆ ਸਹੀ ਮਨ। ਵਿਰਕ ਸਾਹਿਬ ਕਲੀਅਰ ਆ? Yes, sir. ਚਲੋ ਨੈਕਸਟ ਟੌਪਿਕ ਜਿਹੜਾ ਕਰ ਰਹੇ ਹਾਂ ਮੀਟਰ ਬ੍ਰਿਜ, ਠੀਕ ਹੈ, ਜਾਂ ਸਲਾਈਡ ਵਾਇਰ ਬ੍ਰਿਜ ਉਹਦੇ ਨਾਮ ਆ, ਤੇ ਇਹਨੂੰ ਅਸੀਂ ਕਹਿੰਦੇ ਆ ਪ੍ਰੈਕਟੀਕਲ ਫਾਰਮ ਆਫ ਕਹਿੰਦਾ ਜੀ ਵੀਟਸਟੋਨ ਬ੍ਰਿਜ। ਇਹੀ ਸੇਮ ਸਰਕਟ, ਠੀਕ ਹੈ ਜੀ, ਐਸਐਚ ਤੁਹਾਡੇ ਕੋਲ ਜਦੋਂ ਪ੍ਰੈਕਟੀਕਲੀ ਰਿਅਲਾਈਜ਼ ਕਰਦੇ ਆ ਉਹਦਾ ਸਰਕਟ ਕੀ ਹੋਏਗਾ ਉਹਨੂੰ ਸਮਝੋ। ਉਹਦੇ ਅੰਦਰ ਅਸੀਂ ਕੀ ਸ਼ੋ ਕਰਾਂਗੇ, ਜਿਹੜਾ ਦਾ ਸਰਕਟ ਹੋਏਗਾ, ਜਸਟ ਇੱਕ ਵਾਰੀ ਪਹਿਲਾਂ ਹਿੰਟ ਦੇ ਦਿਆਂ, ਉਹ ਚ ਇੱਕ ਮੇਰੇ ਕੋਲ ਵੁਡਨ ਫਰੇਮ ਹੋਏਗਾ, ਉਹ ਚ ਮੇਰੇ ਕੋਲ ਇੱਕ ਲੌਂਗ ਵੁਡਨ ਫਰੇਮ ਹੋਏਗਾ, ਉਸ ਵੁਡਨ ਫਰੇਮ ਦੇ ਉੱਤੇ ਮੇਰੇ ਕੋਲ ਐਲ ਸ਼ੇਪ ਦੇ ਅੰਦਰ ਕਾਪਰ ਸਟ੍ਰਿਪ ਲੱਗੀਆਂ ਹੋਣਗੀਆਂ, ਠੀਕ ਹੈ ਜੀ। ਇੱਕ ਉਹਦੇ ਵਿੱਚ ਕਾਮਨ ਸਟ੍ਰਿਪ, ਮੇਰੇ ਦਿਮਾਗ 'ਚੋਂ ਫਿਗਰ ਹੈਗੀ ਜਦੋਂ ਮੈਂ ਬੋਲ ਰਿਹਾ ਉਹੀ ਇੱਥੇ ਬਣਾਵਾਂਗੇ, ਠੀਕ ਹੈ। ਇੱਕ ਉਹਦੇ ਵਿੱਚ ਕਾਮਨ ਸਟ੍ਰਿਪ ਲੱਗੀ ਹੁੰਦੀ ਤੇ ਉਹਨਾਂ ਨਾਲ ਸਕਰੂ ਲੱਗੇ। ਆ ਬਣਾਉਣ ਲੱਗਿਆ ਕਹਿੰਦਾ ਜੀ ਐਸਐਚ ਮੇਰੇ ਕੋਲ ਇੱਕ ਵਾਇਰ ਆ ਗਈ, ਇੱਥੇ ਮੇਰੇ ਕੋਲ ਇੱਕ ਵਾਇਰ ਆ ਗਈ, ਇਸ ਵਾਇਰ ਨੂੰ ਆਪਾਂ ਕਹਿੰਦੇ AB ਮੇਰੀ ਵਾਇਰ ਆ ਜਿਹੜੀ ਐਸਐਚ ਕਨਸਟੈਂਟਨ ਜਾਂ ਮੈਂਗਾਨੀਜ਼ ਤੋਂ ਬਣੀ ਹੋਈ ਹੈ। ਮੈਂ ਕਿਹਾ ਸੀ ਕਿ ਵੀ ਅਸੀਂ ਉਹ ਐਲੋਏ ਯੂਜ਼ ਕਰਾਂਗੇ ਜਿਨ੍ਹਾਂ ਦੀ ਰੈਜ਼ਿਸਟਿਵਿਟੀ ਹਾਈ ਹੁੰਦੀ ਆ ਤੇ ਟੈਂਪਰੇਚਰ ਦਾ ਕੋਈ ਬਹੁਤਾ ਇਫੈਕਟ ਇਹਦਾ ਮਟੀਰੀਅਲ ਤੇ ਨਾ ਹੁੰਦਾ ਹੋਵੇ, ਠੀਕ ਹੈ। ਇਸ ਲਈ ਐਲੋਏ ਕਨਸਟੈਂਟਨ ਔਰ ਮੈਂਗਾਨੀਜ਼, ਇਸ ਮਟੀਰੀਅਲ ਤੋਂ ਬਣੀ ਹੋਈ ਆ AB ਵਾਇਰ ਹੋਏਗੀ ਜਿਹਦੀ ਲੈਂਥ 1 ਮੀਟਰ ਲੌਂਗ ਆ, ਜਿਹਦੇ ਕਰਕੇ ਇਹਨੂੰ ਅਸੀਂ ਮੀਟਰ ਨਾਮ ਦਿੰਦੇ ਪਏ, ਯਾਨੀ 1 ਮੀਟਰ ਲੌਂਗ 100 ਸੈਂਟੀਮੀਟਰ ਲੌਂਗ ਅਸੀਂ ਵਾਇਰ ਲੈ ਰਹੇ ਹਾਂ, ਇਸ ਲਈ ਇਹਨੂੰ ਮੀਟਰ ਬ੍ਰਿਜ ਨਾਮ ਦਿੰਦੇ ਨੇ। ਇੰਨੀ ਗੱਲ ਸਮਝ ਲੱਗਦੀ ਵੀ? Yes. Yes, sir. ਉਸ ਤੋਂ ਬਾਅਦ ਇਹਦੇ ਉੱਪਰ ਤੁਹਾਡੇ ਕੋਲ ਐਲ ਸ਼ੇਪ ਦੇ ਅੰਦਰ, ਇੱਥੇ ਤੁਹਾਡੇ ਕੋਲ ਐਲ ਸ਼ੇਪ ਦੇ ਅੰਦਰ ਇਸ ਤਰ੍ਹਾਂ ਕਾਪਰ ਦੀਆਂ ਸਟ੍ਰਿਪ ਵਾ, ਠੀਕ ਹੈ ਜੀ, ਇਸ ਥਾਂ ਤੇ ਮੇਰੀ ਐਲ ਸ਼ੇਪ ਚ, ਔਰ ਸਿਮਿਲਰਲੀ ਇਹਦੇ ਪੈਰਲਲ ਇਸ ਸਾਈਡ ਤੇ ਵੀ ਮੇਰੇ ਕੋਲ ਇੱਕ ਐਲ ਸ਼ੇਪ ਚ ਸਟ੍ਰਿਪ ਹੋਏਗੀ, ਠੀਕ ਹੈ। ਦੋ ਐਲ ਸ਼ੇਪ ਚ ਕਾਪਰ ਸਟ੍ਰਿਪ ਲੱਗੀਆਂ ਹੋਈਆਂ, ਔਰ ਇਹਨਾਂ ਦੋਨਾਂ ਦੇ ਸੈਂਟਰ ਚ ਇੱਕ ਮੇਰੇ ਕੋਲ ਜਿਹੜੀ ਐਸਐਚ ਹੋਰ ਕਾਪਰ ਸਟ੍ਰਿਪ ਲੱਗੀ ਹੋਏਗੀ, ਠੀਕ ਹੈ। ਯਾਨੀ ਇਹ ਤਿੰਨ ਕਾਪਰ ਸਟ੍ਰਿਪ ਨੇ, ਕਾਪਰ ਦੀਆਂ ਬਣੀਆਂ ਹੋਈਆਂ ਸਟ੍ਰਿਪ ਨੇ। ਇਹ ਮੇਰੀ ਮੈਂਗਾਨੀਜ਼ ਯਾਨੀ ਐਲੋਏ ਦਾ ਮਟੀਰੀਅਲ ਆ, ਇਹ ਮੇਰੀਆਂ ਐਸਐਚ ਕਾਪਰ ਸਟ੍ਰਿਪ ਆ। ਜੇ ਯਾਦ ਹੋਵੇ ਤੇ ਜਦੋਂ ਅਸੀਂ ਐਸਐਚ ਪਿਛਲਾ ਚੈਪਟਰ ਪੜ੍ਹਦੇ ਪਏ ਸੀ ਕਰੰਟ ਇਲੈਕਟ੍ਰਿਸਿਟੀ ਦਾ, ਉਹ ਚ ਇੱਕ ਕੁਐਸਚਨ ਲਿਖਤਾ ਸੀ why we should prefer ਦਾ ਕਹਿੰਦਾ ਜੀ ਮੈਂਗਾਨੀਜ਼, ਠੀਕ ਹੈ, ਜਾਂ ਕਨਸਟੈਂਟਨ,
to make the resistance coil ਤੇ ਉੱਥੇ ਇੱਕ ਵਰਡ ਆਇਆ ਸੀ ਬੇਟਾ ਕਿ ਵੀ ਅਸੀਂ ਕਹਿੰਦੇ ਇਹਨਾਂ ਦਾ ਕੰਟੈਕਟ ਪੋਟੈਂਸ਼ੀਅਲ ਸਮਾਲ ਹੁੰਦਾ ਉਹਦਾ ਮਤਲਬ ਇਹ ਹੈਗਾ ਕਿ ਆਹ ਪੁਆਇੰਟ ਜਿੱਥੇ ਕੰਟੈਕਟ ਦਾ ਕਾਪਰ ਸਟ੍ਰਿਪ ਦਾ ਯਾਨੀ ਕਾਪਰ ਦਾ ਤੇ ਮੈਂਗਾਨੀਜ਼ ਦਾ ਇਸ ਥਾਂ ਤੇ ਕੋਈ ਵੋਲਟੇਜ ਯਾਨੀ એનર્ਜੀ ਦਾ ਲਾਸ ਘੱਟ ਹੋਵੇ ਇਸ ਪੁਆਇੰਟ ਤੇ એનર્ਜੀ ਲਾਸਸ ਘੱਟ ਹੋਣ ਇਸ ਕਰਕੇ ਅਸੀਂ ਇਹ ਜਿਹੜੀ ਕਾਪਰ ਤੇ ਕਹਿੰਦਾ ਜੀ ਮੈਂਗਾਨੀਜ਼ ਨੇ ਯੂਜ਼ ਕੀਤੀ ਹੈ ਕਿ ਇੰਨੀ ਗੱਲ ਕਲੀਅਰ Yes, sir. Yes, sir. Yes, sir. ਉਸ ਤੋਂ ਬਾਅਦ ਇਹਨਾਂ ਥਾਵਾਂ ਤੇ ਜਿੱਥੇ ਡਾਟ ਲਾ ਰਿਹਾ ਇਹ ਬੇਸਿਕਲੀ ਸਕਰੀਊ ਲੱਗੇ ਹੋਏ ਆ ਇੱਥੇ ਖੋਲਣ ਬੰਦ ਕਰਨ ਵਾਲੇ ਇਦਾਂ ਹੀ ਇੱਥੇ ਵੀ ਮੇਰੇ ਕਹਿੰਦਾ ਜੀ ਸਕਰੀਊ ਲੱਗੇ ਹੋਏ ਇਹਨਾਂ ਦੋ ਸਕਰੀਊ ਦੇ ਅਕ੍ਰੋਸ ਇਹਨਾਂ ਦੋ ਸਕਰੀਊ ਦੇ ਅਕ੍ਰੋਸ ਅਸੀਂ ਇੱਕ ਰੈਜ਼ਿਸਟੈਂਸ ਬਾਕਸ ਲਾ ਰਿਹਾ ਇੱਥੇ ਇੱਕ ਰੈਜ਼ਿਸਟੈਂਸ ਬਾਕਸ ਲਾ ਲਾਂਗਾ ਠੀਕ ਹੈ ਜਿਹਨੂੰ ਐਸਐਚ ਇਹਨਾਂ ਦੋ ਸਕਰੀਊ ਦੇ ਵਿੱਚ ਅਸੀਂ ਟਾਈਟ ਕਰਾਂਗੇ ਫਿਰ ਆ ਜਿਹੜੇ ਦੋ ਸਕਰੀਊ ਨੇ ਇਹਦੇ ਅਕ੍ਰੋਸ ਅਸੀਂ ਇੱਕ ਅਨਨੋਨ ਰੈਜ਼ਿਸਟੈਂਸ ਵਾਲੀ ਮਟੀਰੀਅਲ ਯੂਜ਼ ਕਰਦੇ ਹਾਂ ਜਿਹਨੂੰ ਇੱਥੇ ਐਸ ਲਿਖਿਆ ਸੀ ਠੀਕ ਹੈ ਆਰ ਜਿਹੜਾ ਵੇਰੀਏਬਲ ਰੈਜ਼ਿਸਟਰ ਆ ਉਹਦੀ ਥਾਂ ਤੇ ਇੱਥੇ ਰੈਜ਼ਿਸਟੈਂਸ ਬਾਕਸ ਦਿਖਾਣਾ ਪਿਆ ਜਿਹੜੀ ਅਨਨੋਨ ਰੈਜ਼ਿਸਟੈਂਸ ਉਹਨੂੰ ਐਸ ਨਾਲ ਸ਼ੋ ਆਫ ਕਰਦਾ ਪਿਆ ਇੰਨੀ ਗੱਲ ਸਮਝ ਲੱਗੀ Yes, sir. Yes, sir. Yes, sir. ਐਂਟਰ ਦੇ ਵਿੱਚ ਇੱਕ ਸਕਰੀਊ ਹੋਰ ਲੱਗਾ ਹੋਇਆ ਤੇ ਇਸ ਸਕਰੀਊ ਦੇ ਨਾਲ ਅਸੀਂ ਕੀ ਕਰਦੇ ਇੱਕ ਵਾਇਰ ਅਟੈਚ ਕਰਕੇ ਇਹਨਾਂ ਇੱਕ ਗਲਵੈਨੋਮੀਟਰ ਅਟੈਚ ਕਰਨਾ ਇਹਨਾਂ ਇੱਕ ਗਲਵੈਨੋਮੀਟਰ ਅਟੈਚ ਕੀਤਾ ਹੋਏਗਾ ਯਾਨੀ ਇੱਕ ਸਕਰੀਊ ਗਲਵੈਨੋਮੀਟਰ ਜਿਹੜਾ ਮੀਟਰ ਹੋਏਗਾ ਉਹਦੇ ਉੱਤੇ ਦੋ ਸਕਰੀਊ ਲੱਗੇ ਆ ਉਹਨਾਂ ਵਿੱਚੋਂ ਇੱਕ ਸਕਰੀਊ ਜਿਹੜਾ ਸੀ ਇਸ ਪੁਆਇੰਟ ਨਾਲ ਵਾਇਰ ਨਾਲ ਜੋੜ ਲਿਆ ਤੇ ਇਹਦਾ ਜਿਹੜਾ ਦੂਜਾ ਸਿਰਾ ਹੋਏਗਾ ਇਹਨੂੰ ਅਸੀਂ ਐਸ ਸੱਚ ਕਹਿੰਦਾ ਜੀ ਇੱਕ ਮਟੀਰੀਅਲ ਦੇ ਨਾਲ ਅਟੈਚ ਕਰਾਂਗਾ ਵਰਡ ਸਮਝ ਲਿਓ ਠੀਕ ਹੈ ਇਹਦੇ ਇੱਕ ਮੇਰੇ ਕੋਲ ਜਿਹੜਾ ਵਾ ਪੈਨ ਟਾਈਪ ਮੇਰੇ ਕੋਲ ਜਿਹੜਾ ਮਟੀਰੀਅਲ ਹੋਏਗਾ ਜਿਹਦਾ ਪੇਚਕਸ ਹੁੰਦਾ ਸਾਡਾ ਠੀਕ ਹੈ ਉਹਦਾ ਥੱਲੜਾ ਐਜ ਸ਼ਾਰਪ ਹੋਏਗਾ ਪੇਚਕਸ ਵਕਨ ਫਲੈਟ ਹੋਏਗਾ ਤੇ ਆ ਉੱਪਰ ਸਕਰੀਊ ਲੱਗਾ ਹੋਇਆ ਹੈ ਠੀਕ ਹੈ ਯਾਨੀ ਇਸ ਟਾਈਪ ਦਾ ਮੇਰੇ ਕੋਲ ਮਟੀਰੀਅਲ ਆ ਇੱਥੇ ਮੈਂ ਉਹਦੀ ਤਾਰ ਲਪੇਟ ਲਾਂਗਾ ਜਿਹੜੀ ਗਲਵੈਨੋਮੀਟਰ ਤੋਂ ਆਉਂਦੀ ਹੋਏਗੀ ਤੇ ਇਹਦਾ ਲੋਅਰ ਐਜ ਜਿਹੜਾ ਵਾ ਉਹ ਇੱਕ ਪੇਚਕਸ ਵਕਨ ਮੇਰੇ ਕੋਲ ਸ਼ਾਰਪ ਰੇਜ਼ਰ ਟਾਈਪ ਹੋਏਗਾ ਇਹਨੀ ਗੱਲ ਸਮਝ ਲੱਗਦੀ ਪਈ ਠੀਕ ਹੈ ਤੇ ਇਸ ਪੈਨ ਟਾਈਪ ਮਟੀਰੀਅਲ ਨੂੰ ਜਿਹੜਾ ਆ ਮੇਰਾ ਪੈਨ ਟਾਈਪ ਮਟੀਰੀਅਲ ਹੋਏਗਾ ਇਹ ਜਿਹਨੂੰ ਅਸੀਂ ਐਸ ਆਰ ਸਟ੍ਰੇਟ ਲਾਈਨ ਨਾਲ ਥੋੜਾ ਸ਼ੋ ਆਫ ਕਰ ਦਿੰਦੇ ਇਹਨੂੰ ਅਸੀਂ ਨਾਮ ਦਿੰਨੇ ਇਹ ਮੇਰਾ ਜੌਕੀ ਆ ਅਸੀਂ ਇੱਕ ਵਰਡ ਯੂਜ਼ ਕਰ ਰਹੇ ਜੌਕੀ ਜੌਕੀ ਕਿਹਾ ਜਾਂਦਾ ਘੋੜਸਵਾਰ ਨੂੰ ਠੀਕ ਆ ਕਹਿੰਦਾ ਜੀ ਇਦਾਂ ਹੀ ਇੱਥੇ ਜੌਕੀ ਵਰਡ ਕਿਉਂ ਯੂਜ਼ ਹੋਇਆ ਉਹਦਾ ਕਾਰਨ ਇਹ ਹੋਏਗਾ ਇਹ ਜਿਹੜਾ ਮੇਰੇ ਕੋਲ ਐਸ ਪੈਨ ਟਾਈਪ ਮਟੀਰੀਅਲ ਹੋਏਗਾ ਨਾ ਇਹਨੂੰ ਤੁਸੀਂ ਵਾਇਰ ਦੇ ਇਸ 0 ਸੈਂਟੀਮੀਟਰ ਤੋਂ ਲੈ ਕੇ 100 ਸੈਂਟੀਮੀਟਰ ਤੱਕ ਆ ਜਗ੍ਹਾ ਤੇ ਅਸੀਂ ਇਹਨੂੰ ਇਹਦੇ ਉੱਤੇ ਪ੍ਰੈਸ ਕਰਦੇ ਜਾਣਾ ਠੀਕ ਹੈ ਜਦੋਂ ਇਹਦੇ ਉੱਤੇ ਇਸ ਵੇਲਾ ਜਗ੍ਹਾ ਇਹਨੂੰ ਪ੍ਰੈਸ ਕਰਨਾ ਤੁਸੀਂ ਕਹਿੰਦੇ ਜੀ ਇਹ ਜਿਹੜਾ ਐਸਐਚ ਜੌਕੀ ਹੈ ਨਾ ਇਹ ਵਾਇਰ ਦੇ ਉੱਤੇ ਮੂਵ ਕਰਦਾ ਪਿਆ ਵਾਇਰ ਦੇ ਉੱਤੇ ਸਲਾਈਡ ਕਰਦਾ ਪਿਆ ਕਿਉਂਕਿ ਇਹ ਸਲਾਈਡ ਕਰਦਾ ਪਿਆ ਵਾਇਰ ਦੇ ਉੱਤੇ ਇਸ ਬ੍ਰਿਜ ਦਾ ਨਾਮ ਸਲਾਈਡ ਵਾਇਰ ਬ੍ਰਿਜ ਇੰਨੀ ਗੱਲ ਸਮਝ ਲੱਗੀ Yes, sir. Yes, sir. ਠੀਕ ਹੈ ਹੁਣ ਇਸ ਪੂਰੇ ਦੇ ਪੂਰੇ ਅਰੇਂਜਮੈਂਟ ਨੂੰ ਅਸੀਂ ਕੀ ਕਰਦੇ ਕਿ ਇੱਕ ਬੈਟਰੀ ਦੇ ਨਾਲ ਅਟੈਚ ਕਰ ਦਿੰਦੇ ਵਿਦ 92 ਕੀ ਲਗਾ ਲਿਆ ਠੀਕ ਹੈ ਜੀ ਆ ਮੇਰੀ 92 ਕੀ ਆ ਗਈ ਇਧਰੋਂ ਇੱਕ ਬੈਟਰੀ ਅਟੈਚ ਕਰਤੀ ਅਸੀਂ ਕਲੀਅਰ ਹੈ ਇਹ ਗੱਲ Yes, sir. Yes, sir. ਜਦੋਂ ਆ ਕੀ ਪ੍ਰੈਸ ਕਰਾਂਗਾ ਠੀਕ ਹੈ ਜੀ ਇਸ ਮੂਵਮੈਂਟ ਦੇ ਸਰਕਟ ਦੇ ਵਿੱਚ ਕਰੰਟ ਫਲੋ ਕਰਨਾ ਸ਼ੁਰੂ ਹੋ ਜਾਣਾ A पॉइंट तो I एम्पियर करंट एंटर करना वा और B पॉइंट तो I एम्पियर करंट वापस बैटरी में पहुंचना ड्यूरिंग दिस प्रोसेस ठीक है जैसे कि इस सर्किट च करंट किदा घूमे ਉਹਦੇ ਵਾਸਤੇ ਅਸੀਂ ਇਹ ਗੱਲ ਨਾਲ ਜੁੜਨ ਲੱਗੇ ਕਿ ਜੋ ਇਹ ਬਣਾਉਣਾ ਪਿਆ ਇਹ ਐਸਐਚ ਇਹਦੇ ਸਰਕਟ ਦੇ ਆਇਡੈਂਟੀਕਲ ਜਿਹੜੀ ਚੀਜ਼ ਤੁਹਾਨੂੰ ਆ ਸਰਕਟ ਚ ਇੱਕ ਐਸਐਚ ਰੋਹੰਬਸ ਸ਼ੇਪ ਚ ਦਿਖਦੀ ਪਈ ਹੈ ਹੈਨਾ ਉਸ ਚੀਜ਼ ਨੂੰ ਅਸੀਂ ਪ੍ਰੈਕਟੀਕਲੀ ਜਦੋਂ ਰਿਅਲਾਈਜ਼ ਕਰਦੇ ਹਾਂ ਤੇ ਉਹ P Q R ਤੇ S ਚਾਰੇ ਦੀ ਚਾਰੇ ਰੈਜ਼ਿਸਟੈਂਸ ਜਿਹੜੀਆਂ ਨੇ ਤੇ ਪੰਜਵੀਂ ਗਲਵੈਨੋਮੀਟਰ ਵਾਲੀ ਰੈਜ਼ਿਸਟੈਂਸ ਇਹ ਪੰਜੇ ਇੱਥੇ ਹੈਗੀਆਂ ਉਹਨਾਂ ਵਿੱਚੋਂ R ਤੇ S ਮੈਨੂੰ ਤੇ ਦਿਖਦੀ ਪਈ ਆ ਗਲਵੈਨੋਮੀਟਰ ਦੀ ਰੈਜ਼ਿਸਟੈਂਸ G ਨਾਲ ਕੰਸੀਡਰ ਕਰਾਂਗੇ ਠੀਕ ਹੈ ਜਿਹੜੀਆਂ ਰਹਿ ਗਈਆਂ ਬਾਕੀ ਦੋ P ਤੇ Q ਕਹਿੰਦਾ ਵੀ ਉਹ ਕਿੱਥੇ ਹੈ ਉਹਦੇ ਲਈ ਅਸੀਂ ਇੱਥੋਂ ਗੱਲ ਸ਼ੁਰੂ ਕਰਾਂਗੇ ਕਿ ਜਦੋਂ ਇਹਨੂੰ ਕਰੰਟ ਨੂੰ ਸਵਿਚ ਆਨ ਕੀਤਾ ਹੈਗੇ ਸਾਰੇ ਜਾਣੇ Yes, sir. Yes, sir. ਦੋ ਰੈਜ਼ਿਸਟੈਂਸ ਤੁਹਾਨੂੰ ਇੱਥੇ ਸ਼ੋ ਅਪ ਹੋ ਰਹੀਆਂ ਤੇ ਤਿੰਨ ਸ਼ੋ ਅਪ ਹੋ ਰਹੀਆਂ R S ਤੇ G P ਔਰ Q ਕਿਹੜੀ ਹੈ
ਇਹ ਤੋਂ ਅਸੀਂ ਕਿਹਾ ਸੀ ਜਦੋਂ A ਪੁਆਇੰਟ ਤੇ ਕਰੰਟ ਆਂਦਾ ਬੈਟਰੀ ਤੋਂ ਤੇ ਜਿਹੜੀਆਂ ਦੋ ਰੈਜ਼ਿਸਟੈਂਸ ਚ ਸਭ ਤੋਂ ਪਹਿਲਾਂ ਕਰੰਟ ਡਿਵਾਈਡ ਹੁੰਦਾ ਹਨਾ ਉਹ ਮੇਰੀ P ਤੇ R ਵਾ। ਹੁਣ ਇੱਥੇ ਚੱਲਾਂ ਜਦੋਂ ਕਰੰਟ ਇਸ ਪੁਆਇੰਟ ਤੇ ਆਇਆ ਕਰੰਟ ਦੋ ਪਾਰਟ ਚ ਜਾਣਾ, ਇੱਕ ਕਾਪਰ ਸਟ੍ਰਿਪ ਦੇ ਥਰੂ ਕਰੰਟ ਨੇ ਇਥੋਂ ਚੜ ਕੇ ਇਸ R ਵੱਲ ਨੂੰ ਜਾਣਾ, ਠੀਕ ਹੈ, ਤੇ ਦੂਜੇ ਪਾਸੇ ਕਰੰਟ ਨੇ ਜਿਹੜਾ ਆ ਪੋਰਸ਼ਨ ਜਿਹੜੀ ਵਾਇਰ AB ਵਾਲਾ ਪੋਰਸ਼ਨ ਆ ਇਹ ਚ ਫਲੋ ਕਰਨਾ। ਕਿੰਨੀ ਗੱਲ ਸਮਝ ਲੱਗੀ? ਹਾਂਜੀ ਸਰ। Yes, sir. ਯਾਨੀ ਇੱਥੇ ਇੱਕ ਰੈਜ਼ਿਸਟੈਂਸ ਜਿਹੜੀ ਕੰਸੀਡਰ ਹੋਏਗੀ ਉਹਦਾ ਨਾਮ ਅਸੀਂ P ਰੱਖਾਂਗੇ। ਕਿੱਥੇ ਤੱਕ ਦੀ ਲੈਂਥ ਨੂੰ ਮੈਂ P ਕਹਾਂ? ਇਹ 100 ਸੈਂਟੀਮੀਟਰ ਲੌਂਗ ਆ, ਅਸੀਂ ਕਿੱਥੇ ਤੱਕ ਦੀ ਲੈਂਥ ਨੂੰ P ਕਹਿਣਾ? ਉਹਦੇ ਲਈ ਆਪਣੀ ਕੰਡੀਸ਼ਨ ਆ ਕਹਿੰਦਾ ਜੀ ਇਹ ਤੋਂ ਅਸੀਂ ਕਿਹਾ ਸੀ ਜਦੋਂ ਕਰੰਟ P ਤੇ ਪਹੁੰਚਦਾ, ਇਹ ਤੋਂ ਇੱਕ ਚੀਜ਼ ਪੁੱਠੀ ਹੋਣੀ ਧਿਆਨ ਲਾ ਲਿਓ, ਜਦੋਂ ਕਰੰਟ P ਤੇ ਜਾ ਕੇ ਤੇ C ਤੇ ਪਹੁੰਚਦਾ, C ਤੇ ਜਾ ਕੇ ਕਰੰਟ ਦੋ ਪਾਰਟ ਚ ਡਿਵਾਈਡ ਹੋ ਗਿਆ, ਇੱਕ ਗੈਲਵੇਨੋਮੀਟਰ ਵੱਲ ਉਤਰ ਗਿਆ और एक करंट Q वाल चला गया। इतनी गल सही जी? कोई बोले नहीं? Yes, sir. Yes, sir. ਹੁਣ ਆ ਜਿਹੜੀ ਆਰਮ CD ਹੈ ਨਾ, ਜਿਹੜੀ ਆਰਮ CD ਆ, ਠੀਕ ਹੈ, ਇਹ ਚ ਅਸੀਂ ਕਿਹਾ ਸੀ P ਵਾਲਾ ਕਰੰਟ C ਤੇ ਜਦੋਂ ਪਹੁੰਚਿਆ ਹਨਾ ਉਹ ਚੋਂ ਕੁਝ ਕਰੰਟ ਇਧਰ ਗੈਲਵੇਨੋਮੀਟਰ ਵੱਲ ਗਿਆ ਤੇ ਕੁਝ Q ਵੱਲ ਗਿਆ। ਆਪਾਂ ਪੁੱਠਾ ਵੀ ਕਹਿ ਸਕਦੇ ਹਾਂ, ਜਿਹੜਾ ਕਰੰਟ A ਤੋਂ D ਵੱਲ ਪਹੁੰਚਿਆ D ਤੇ ਜਾ ਕੇ ਉਹ ਕਰੰਟ ਦੋ ਪਾਰਟ ਚ ਡਿਵਾਈਡ ਹੋਇਆ, ਉਹ ਚੋਂ ਕੁਝ ਕਰੰਟ ਇਸ ਗੈਲਵੇਨੋਮੀਟਰ ਚੋਂ ਉੱਪਰ ਵੱਲ ਨੂੰ ਚੜ ਗਿਆ, ਫਿਰ ਆ ਨਹੀਂ ਕਹੂੰਗਾ ਕਿ ਥੱਲੇ ਨੂੰ ਇਹ ਆਉਂਦਾ ਪਿਆ। ਯਾਨੀ C ਤੇ D ਦੇ ਵਿੱਚੋਂ ਇੱਕ ਟਰਮੀਨਲ ਕੋਈ ਵੀ ਅਸੀਂ ਹਾਈ ਪੋਟੈਂਸ਼ੀਅਲ ਕੋਈ ਵੀ ਲੋ ਪੋਟੈਂਸ਼ੀਅਲ ਕਹਿ ਕੇ ਚੱਲ ਸਕਦੇ ਹਾਂ। ਜੇ ਮੈਂ ਇਧਰੋਂ ਕਰੰਟ ਲੈ ਕੇ ਕਹਾਂ ਇੱਥੇ ਜਦੋਂ ਪਹੁੰਚਿਆ ਇਹ ਚੋਂ IG ਉੱਪਰ ਨੂੰ ਚਲਾ ਗਿਆ, ਫਿਰ ਇਧਰੋਂ I1 ਆਣਾ ਸੀ ਤੇ ਇਧਰੋਂ ਉੱਪਰ ਨੂੰ IG ਇੱਥੇ ਪਲੱਸ ਹੋ ਜਾਣਾ ਤੇ ਇਧਰੋਂ IG ਮਾਈਨਸ ਹੋ ਜਾਣਾ, ਰਿਜ਼ਲਟ ਉਹੀ ਆਊਗਾ। ਇੰਨੀ ਗੱਲ ਸਮਝ ਲੱਗੀ? Yes, sir. Yes, sir. ਹੁਣ ਆ ਜਿਹੜੀ ਆਰਮ CD ਹੈ ਨਾ ਜਿੱਚ ਗੈਲਵੇਨੋਮੀਟਰ ਲੱਗਿਆ, ਇਸ ਸਰਕਟ ਦੇ ਅੰਦਰ ਮੈਂ ਲਿਖਾਣੀ ਹੋਵੇ ਮਤਲਬ ਇਹਨੂੰ ਮੈਂ ਜੌਕੀ ਵਾਲਾ ਬੋਰਡ ਚੁੱਕਾਂ ਇਹਨੂੰ ਮੈਂ C ਲਿਖ ਰਹਾ। ਆ ਜਿਹੜੀ ਆਰਮ CD ਆ, ਆ ਆਰਮ CD ਆ, ਇਹ ਮੇਰੀ ਵਿਚਲੀ ਆਰਮ ਆ CD ਦੇ ਕੋਰਸਪੋਂਡਿੰਗ ਆ, ਠੀਕ ਹੈ ਜੀ? ਇੰਨੀ ਗੱਲ ਕਲੀਅਰ ਆ? Yes sir. Yes sir. ਉਸ ਤੋਂ ਬਾਅਦ ਹੁਣ ਜਦੋਂ ਤੁਸੀਂ ਐਸ ਸੱਚ ਇਹਦੇ ਅੰਦਰ ਕੀ ਕਰੋਗੇ, ਆਪਾਂ ਕਿਹਾ ਕਿ ਵੀ ਜਦੋਂ ਆ ਜਿਹੜਾ ਪੋਰਸ਼ਨ AC ਬਣਿਆ ਹਨਾ ਇਹਦੀ ਰੈਜ਼ਿਸਟੈਂਸ ਦਾ ਨਾਮ ਅਸੀਂ P ਰੱਖ ਲਿਆ, AC ਪੋਰਸ਼ਨ ਦੀ ਰੈਜ਼ਿਸਟੈਂਸ ਦਾ ਨਾਮ P ਰੱਖ ਲਿਆ, C ਤੋਂ ਲੈ ਕੇ B ਤੱਕ ਜਿਹੜੀ ਆ ਉਹਦਾ ਨਾਮ ਅਸੀਂ Q ਰੱਖਿਆ, ਯਾਨੀ C ਤੋਂ ਲੈ ਕੇ ਆ B ਤੱਕ ਜਿਹੜਾ ਪੋਰਸ਼ਨ ਆ ਇਹਦਾ ਨਾਮ ਅਸੀਂ Q ਰੱਖ ਲੈਂਦੇ। ਤੇ ਅਸੀਂ ਇਹ ਕਿਹਾ ਕਿ ਜਦੋਂ ਕਰੰਟ SH ਤੇ C ਤੇ ਪਹੁੰਚਿਆ, ਠੀਕ ਹੈ, ਆਹੀ ਸੇਮ ਚੀਜ਼ ਦੇ ਕੋਰਸਪੋਂਡਿੰਗ ਗੱਲ ਕਰਾਂਗਾ ਸਾਰੀ ਬੇਟਾ, ਜਦੋਂ ਕਰੰਟ C ਤੇ ਪਹੁੰਚਦਾ P ਤੋਂ ਹੋ ਕੇ ਉਹ ਦੋ ਪਾਰਟ ਚ ਡਿਵਾਈਡ ਹੋਇਆ Q ਔਰ ਕਹਿੰਦਾ ਜੀ ਗੈਲਵੇਨੋਮੀਟਰ, ਉਹੀ ਸੇਮ ਵਰਡ ਲੈਣ ਲੱਗਿਆ। Sir? ਹਾਂਜੀ Sir, time हो गई. ओके बच्चे, सिर्फ एक आधा मिनट ला के ਆਪਾਂ ਖਤਮ ਕਰ ਲੈਣਾ। ਹੁਣ ਇਹਦਾ ਮਤਲਬ ਜਦੋਂ ਕਰੰਟ A ਤੋਂ ਚੱਲ ਕੇ C ਤੇ ਪਹੁੰਚਿਆ ਯਾਨੀ P ਚੋਂ ਨਿਕਲ ਗਿਆ, ਇੱਥੇ ਆ ਕੇ ਕਰੰਟ ਦੋ ਪਾਰਟ ਚ ਡਿਵਾਈਡ ਹੋ ਗਿਆ, ਕੁਝ ਕਰੰਟ ਆ ਵਾਲੀ CD ਆਰਮ ਚ ਚਲਾ ਗਿਆ ਉਹਦੇ ਵੱਕਰ ਹੀ, ਤੇ ਬਾਕੀ ਦਾ ਕਰੰਟ ਜਿਹੜਾ ਉਹ ਇਸ ਕਹਿੰਦਾ ਜੀ ਸਰਕਟ ਚ ਚਲਾ ਗਿਆ, ਇਸ ਆਰਮ ਚ ਜਿਹੜਾ IG ਬਣ ਗਿਆ। ਹੁਣ ਹੋਊਗਾ ਕਿ ਜਦੋਂ ਤੁਸੀਂ ਗੈਲਵੇਨੋਮੀਟਰ ਔਰ ਇਧਰੋਂ ਕਰੰਟ ਜਿਹੜਾ ਗਿਆ IG ਹੈਨਾ, ਇਧਰੋਂ ਜਿਹੜਾ ਆਇਆ ਕੁਝ ਕਰੰਟ ਉੱਪਰ ਨੂੰ ਗਿਆ ਵਾ, ਜੇ ਇਧਰ ਨੂੰ I1 ਮੰਨਿਆ ਤੇ ਉੱਪਰ ਗਿਆ I I1, ਇਧਰੋਂ ਦੀ ਫਲੋ ਕਰਕੇ R ਰੈਜ਼ਿਸਟੈਂਸ ਬਾਕਸ ਦੇ ਵਿੱਚੋਂ ਦੀ ਇੱਥੇ ਮੇਰੇ ਕੋਲ ਕਰੰਟ ਜਿਹੜਾ ਵਾ ਇਸ ਕਾਪਰ ਸਟ੍ਰਿਪ ਚ ਇੱਥੇ ਤੱਕ I I1 ਪਹੁੰਚਿਆ ਔਰ ਇਹਦੇ ਥਰੂ ਹੋ ਕੇ IG ਆਇਆ, ਯਾਨੀ ਇਸ ਰੈਜ਼ਿਸਟਰ ਚ ਜਿਹੜਾ ਕਰੰਟ ਗਿਆ ਉਹ I I1 IG ਬਣ ਗਿਆ। क्या ਇੰਨੀ ਗੱਲ ਸਮਝ ਲੱਗੀ? Yes, sir. Yes, sir. Yes. ਇਧਰੋਂ ਹੀ ਕਰੰਟ I1 IG ਇੱਥੇ ਪਹੁੰਚ ਗਿਆ ਤੇ ਇਧਰੋਂ I1 ਚੋਂ IG ਜਿਹੜਾ ਉੱਪਰ ਗਿਆ ਤੇ ਬਾਕੀ ਇਧਰ I1 IG ਗਿਆ, ਔਰ ਇਸ ਪੁਆਇੰਟ ਤੇ ਆਂਦੇ ਆਂਦੇ ਉੱਪਰੋਂ I I1 IG ਤੇ ਇਧਰੋਂ I1 IG ਜੇ ਕੰਬਾਈਨ ਕਰਾਂ IG प्लस माइनस से कैंसिल हो जाना, I1 प्लस माइनस से कैंसिल हो जाना, यानी नेट करंट ਜਿਹੜਾ ਬਾਹਰ ਨਿਕਲ ਗਿਆ ਉਹ I ਪੂਰਾ ਹੁੰਦਾ ਪਿਆ। Yes. Yes sir. ਚਲੋ Yes.